ਸਤਿਨਾਮ ਵਾਹਿਗੁਰੂ। ਜਾਪੋ ਤਾਪੋ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਸਰਨ ਪਰੇ ਕੇ ਰਾਖੋ ਸਰਮਾ। ਮੁਖ ਉਚਰੇ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ। ਆਂਦ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ। ਕਿਆ ਬੁੱਧ ਪ੍ਰਭ ਤੁਛ ਹਮਾਰੇ। ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ। ਆਪ ਲਿਖੋ ਤੁਮ ਕਥਾ ਸੁਧਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗੁਰ ਬਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ ਹੋਵੈ। ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸਹਾਦੈ ਸਾਹੂ। ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਵੇਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਆਸਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਪਾਈ। ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਪਾਈ। ਦੇ ਕਰ ਆਪਣੀ ਵਾਥ। ਸਭ ਜਗ ਜਿਨਹਿ ਉਪਾਇਆ ਪਾਈ। ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਪਾਈ। ਦੇ ਕਰ ਆਪਣੀ ਵਾਥ। ਕਿਨ ਕਹੀਐ ਕਿਉ ਦੇਖੀਐ ਭਾਈ। ਕਰਤਾ ਏਕ ਅਕਾਥ। ਗੁਰ ਗੋਵਿੰਦ ਸਲਾਹੀਐ ਭਾਈ। ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰਿ ਭਗਵੰਤਾ।
ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਬਾਣੀ ਦੇ ਬੋਇਥ, ਸ਼ਾਂਤੀ ਦੇ ਪੁੰਜ, ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਆ ਹੈ। ਇਹਦਾ ਸੈਂਟਰਲ ਆਈਡੀਆ, ਇਹਦਾ ਕੇਂਦਰੀ ਨੁਕਤਾ ਇਹ ਹੈ, ਪਿਆਰਿਆ, ਉਸ ਪਰਿਪੂਰਨ ਪ੍ਰਮਾਤਮਾ ਦੀ ਨੇਕੀ ਨੂੰ ਨਾ ਭੁੱਲ। ਔਰ ਜਿਹੜਾ ਕੋਈ ਕਿਸੇ ਦੀ ਨੇਕੀ ਨੂੰ ਭੁੱਲ ਜਾਏ, ਉਹਨੂੰ ਜਦੋਂ ਅਸੀਂ ਦੁਨੀਆ ਦੇ ਪਾਪਾਂ ਤੇ ਗੁਨਾਹਾਂ ਦੀ ਗਿਣਤੀ ਪੜ੍ਹਦੇ ਹਾਂ, ਤੇ ਸਾਰਿਆਂ ਤੋਂ ਵੱਡਾ ਗੁਨਾਹ ਅਕਿਰਤ ਘਣਤਾ ਦਾ ਦੱਸਿਆ ਹੈ। ਗੁਰਮੁਖੋ ਕਈ ਤਰ੍ਹਾਂ ਦੇ ਤਾਪ, ਕਈ ਤਰ੍ਹਾਂ ਦਾ ਗਿਆਨ ਔਰ ਕਈ ਤਰ੍ਹਾਂ ਦੇ ਦੋਸ਼ ਸਾਡੇ ਵਡੇਰਿਆਂ ਨੇ ਗ੍ਰੰਥਾਂ 'ਚ ਲਿਖੇ ਨੇ। ਉਹਨਾਂ ਸਾਰਿਆਂ ਗੁਨਾਹਾਂ ਦੇ ਵਿੱਚੋਂ ਵੱਡਾ ਗੁਨਾਹ ਅਕਿਰਤ ਘਣਤਾ ਦਾ ਹੈ। ਭਾਵ ਜੋ ਕਿਸੇ ਨੇ ਨੇਕੀ ਕੀਤੀ ਹੈ ਨਾ, ਉਸ ਨੇਕੀ ਨੂੰ ਭੁੱਲ ਜਾਣਾ, ਇਹ ਸਭ ਤੋਂ ਵੱਡਾ ਗੁਨਾਹ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਅਕਿਰਤ ਘਣਾ ਦੇ ਸੰਬੰਧ ਵਿੱਚ ਉਚਾਰਨਾ ਕੀਤੀ ਹੈ, ਔਰ ਉਹਦੇ 'ਚ ਉਹਨਾਂ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਬਹੁਤ ਕਰੜਾ, ਮਨ ਨੂੰ ਝੰਜੋੜ ਜਾਂਦਾ ਹੈ। ਉਹ ਲਿਖਦੇ ਨੇ, ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਕਾ ਮਾਸ, ਢੱਕ ਲੈ ਚੱਲੀ ਜੂੜੀ, ਕਰ ਭੋਗ ਬਲਾਸ, ਰਤੂ ਭਰਿਆ ਕੱਪੜਾ, ਕਰ ਕੱਜਣ ਤਾਸ, ਆਖ ਵਸਾਹੇ ਪੁੱਛਿਆ, ਲਾਹੇ ਵਿਸ਼ਵਾਸ, ਨਦਰ ਪਵੇ ਅਕਿਰਤ ਘਣ, ਮਤ ਹੋਏ ਬੜਾਸ। ਇਸ ਪੌੜੀ ਦੇ ਮੈਂ ਸੰਖੇਪ ਅਰਥ ਤੁਹਾਡੇ ਨਾਲ ਸਾਂਝੇ ਕਰਾਂ। ਇੱਕ ਗਿਰੇ ਹੋਏ ਜੀਵਨ ਵਾਲੀ ਔਰਤ, ਉਹ ਸ਼ਰਾਬ ਦੇ ਭਾਂਡੇ ਦੇ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਕੇ ਤੇ ਲਿਜਾ ਰਹੀ ਸੀ। ਕਹਿਣ ਦਾ ਭਾਵ ਕਿ ਸਾਰੀਆਂ ਬੁਰਾਈਆਂ ਇੱਕ ਥਾਂ ਤੇ ਇਕੱਠੀਆਂ ਕੀਤੀਆਂ ਨੇ। ਵੇ ਵਿਚਾਰਨ ਔਰਤ, ਕੁੱਤੇ ਦਾ ਮਾਸ ਸਾਰਿਆਂ ਤੋਂ ਗੰਦਾ, ਤੇ ਸ਼ਰਾਬ ਵਿੱਚ ਪਾ ਕੇ ਉਹ ਰਿੱਧਾ ਹੈ। ਤੇ ਆਪਾਂ ਕੋਈ ਵੀ ਭੋਜਨ ਤਿਆਰ ਕਰਦੇ ਉਹਨੂੰ ਢੱਕਦੇ ਹਾਂ। ਇਹਨੂੰ ਕਈ ਤਰ੍ਹਾਂ ਦੇ ਪੱਖ ਬੋਲਦੇ ਨੇ, ਇਹਦੇ ਵਿੱਚ ਕੋਈ ਚੀਜ਼ ਨਾ ਪੈ ਜੇ, ਇਹਨੂੰ ਨਜ਼ਰ ਨਾ ਲੱਗ ਜਾਏ। ਆਪਾਂ ਕੱਪੜੇ ਨਾਲ ਬਸਤਰ ਧੋ ਕੇ ਭਿਉਂ ਕੇ ਤੇ ਭੋਜਨ ਤੇ ਰੱਖਦੇ ਹਾਂ, ਪਰ ਪਾਣੀ ਦੀ ਬਜਾਏ ਉਹ ਖੂਨ ਵਿੱਚ ਕੱਪੜਾ ਭਿਓ ਕਰਕੇ ਤੇ ਉਹਨੂੰ ਢੱਕਿਆ ਹੋਇਆ ਹੈ। ਸਾਡੇ ਸਮਾਜ ਵਿੱਚ ਕਈ ਰਸਮਾਂ ਸਨ ਜਿਹੜੀਆਂ ਅੱਜ ਸਾਰੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਕਿਸੇ ਦੇ ਘਰ ਵਿਆਹ ਹੋਣਾ, ਮੰਗਣੀ ਹੋਣੀ, ਖੁਸ਼ੀ ਦਾ ਮੌਕਾ ਹੋਣਾ, ਤੇ ਉਸ ਪਰਿਵਾਰ ਦੀਆਂ ਬੀਬੀਆਂ, ਧੀਆਂ, ਭੈਣਾਂ ਭਾਈਚਾਰੇ ਵਿੱਚ ਭਾਜੀ ਬਣਨ ਜਾਂਦੀਆਂ ਸਨ। ਇਹ ਅਸਾਂ ਵੇਖਿਆ ਹੈ। ਉਹਦੇ ਵਿੱਚ ਮੁੱਠ ਵਾਲੇ ਲੱਡੂ ਹੋਣ, ਪੀਲੇ ਲੱਡੂ ਹੋਣ, ਪਤਾਸੇ ਹੋਣ, ਉੱਪਰ ਗੁਲਾਬੀ ਰੰਗ ਦਾ ਕੱਪੜਾ ਪਾਇਆ ਹੁੰਦਾ ਸੀ, ਜਿਹੜਾ ਇੱਕ ਸਮਾਜਿਕ ਧਾਰਮਿਕ ਨਹੀਂ, ਇੱਕ ਸਮਾਜਿਕ ਰਸਮ ਹੈ।
ਤਾਂ ਕਿ ਪਤਾ ਚੱਲੇ ਵੀ ਇਹ ਬੀਬੀਆਂ ਖੁਸ਼ੀ ਦੀ ਭਾਜੀ ਬਣ ਰਹੀਆਂ ਹਨ। ਹੁਣ ਕੁੱਤੇ ਦਾ ਮਾਸ ਸ਼ਰਾਬ ਪਾ ਕੇ ਰਿੱਧਾ ਹੈ, ਵੱਧ ਚੱਲਣ ਔਰਤ ਹੈ, ਤੇ ਇਉਂ ਗਾੜਾ ਲਾਲ ਰੰਗ ਦਾ ਕੱਪੜਾ ਪਾਇਆ ਤੇ ਕਿਸੇ ਪੁੱਛ ਲਿਆ ਵੀ ਭਾਬੀ ਇਹ ਕੀ ਚੀਜ਼ ਢੱਕੀ ਹੈ, ਤੁਹਾਡੀ ਖੁਸ਼ੀ ਦਾ ਤਾਂ ਪਤਾ ਹੀ ਨਹੀਂ ਚੱਲਿਆ ਵੀ ਤੁਹਾਡੇ ਘਰ ਖੁਸ਼ੀ ਕਾਹਦੀ ਭਾਜੀ ਬਣ ਰਹੀ ਹੈ। ਕਹਿੰਦੀ ਵੀਰਾ ਕੀ ਦੱਸਾਂ, ਮੈਂ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੱਧਾ ਹੈ ਤੇ ਖੂਨ ਨਾਲ ਕੱਪੜਾ ਭਿਉਂ ਕੇ ਤਾਂ ਇਹਨੂੰ ਢੱਕਿਆ ਵੀ ਕਿਤੇ ਅਕਿਰਤ ਘਣ ਦੀ ਨਿਗਾਹ ਨਾ ਪੈ ਜਾਏ। ਭਾਵ ਸਾਰਿਆਂ ਤੋਂ ਵੱਡਾ ਜਿਹੜਾ ਐਬ ਹੈ ਨਾ, ਉਹ ਨੇਕੀ ਨੂੰ ਭੁਲਾਉਣਾ ਹੈ। ਅੱਜ ਦੀ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਪਿਆਰਿਆ ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੁਝ ਦਿੱਤਾ, ਭਰਿਆ ਕੋਈ ਦੇਣ ਜੋਗਾ ਤਾਂ ਨਹੀਂ, ਪਰ ਘੱਟ ਤੋਂ ਘੱਟ ਕਦੇ ਧੰਨਵਾਦ ਤਾਂ ਕਰ ਛੱਡਿਆ ਕਰ, ਘੱਟ ਤੋਂ ਘੱਟ ਸ਼ੁਕਰਾਨਾ ਤਾਂ ਕਰ ਛੱਡਿਆ ਕਰ। ਔਰ ਇਹਦੇ ਨਾਲ ਸ਼ੁਕਰਾਨਾ ਕਰਨਾ ਕਿਵੇਂ ਹੈ, ਇਹ ਵੀ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਵਿੱਚ ਆਪਾਂ ਨੂੰ ਸਮਝਾਇਆ ਹੈ। ਹਜ਼ੂਰ ਕਿਰਪਾ ਕਰਨ, ਮਨ ਇਕਾਗਰ ਕਰਨ ਦਾ ਯਤਨ ਕਰੀਏ। ਇਸ ਗੱਲ ਨੂੰ ਇੱਥੇ ਛੱਡ ਦੇਣਾ, ਜੇ ਚੰਗੀ ਲੱਗੇ ਤੇ ਪੱਲੇ ਬੰਨ੍ਹ ਲੈਣੀ। ਇੱਕ ਮੈਂ ਨਿੱਜੀ ਤੌਰ ਤੇ ਬੇਨਤੀ ਕਰਨ ਲੱਗਾ, ਆਪਾਂ ਹਰਿਮੰਦਰ ਸਾਹਿਬ ਆਉਨੇ ਆ, ਕਿਤੇ ਹਰੀ ਸਾਡੇ ਹਿਰਦੇ ਦੇ ਅੰਦਰ ਨਿਵਾਸ ਕਰ ਜਾਏ। ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੇਰੇ ਮਨ ਦੀ ਜਿਹੜੀ ਭਾਵਨਾ ਉਹ ਇਹ ਹੈ ਹਰਿਮੰਦਰ ਸਾਹਿਬ ਆਉਣ ਦੀ, ਵੀ ਹਰਿਮੰਦਰ ਸਾਹਿਬ ਹਰੀ ਤੇਰਾ ਮੰਦਰ ਹੈ, ਕਿਤੇ ਕਿਰਪਾ ਕਰ ਸਾਡੇ ਹਿਰਦੇ ਅੰਦਰ ਹੀ ਵਸ ਜਾ। ਅਸੀਂ ਤਕਰੀਬਨ ਆਪਣੀ ਬਹੁਤੀ એનર્ਜੀ, ਆਪਣੀ ਬਹੁਤੀ ਸ਼ਕਤੀ ਦੋ ਚੀਜ਼ਾਂ ਵਿੱਚ ਲਾਈ ਜਾਂਦੇ ਆ। ਮੈਂ ਜੋ ਵੇਖਿਆ ਉਹਦੇ ਮੁਤਾਬਕ ਮਨ ਪਰੇਸ਼ਾਨ ਹੋਇਆ ਤੇ ਮੈਂ ਤਾਂ ਕਹਿਣ ਲੱਗਾ, ਮਾੜਾ ਜਿਹਾ ਮੂੰਹ ਸਿੱਧਾ ਕਰ ਤੇਰੀ ਫੋਟੋ ਲਾ ਲਈਏ। ਔਰ ਪ੍ਰਕਰਮਾ ਕਰਦਿਆਂ ਵੀ ਆਪਾਂ ਲੋਕਾਂ ਦੀ ਨਿੰਦਿਆ ਕਰੀ ਜਾਂਦੇ। ਗੁਰਮੁਖੋ ਮੈਲ ਲੈਣ ਲਈ ਆਉਨੇ ਆ, ਮੈਲ ਚੜਾਉਣ ਲਈ ਨਹੀਂ ਆਉਂਦੇ। ਆ ਮੇਰੇ ਮਗਰੇ ਗੱਭਰੂ ਭੱਜ ਕੇ ਗਿਆ, ਬਾਬਾ ਜੀ ਫੋਟੋ। ਮੈਂ ਕਿਹਾ ਗੁਰਮੁਖਾ, ਨਾ ਬਾਬੇ ਰਹਿਣਾ, ਨਾ ਤੂੰ ਰਹਿਣਾ, ਨਾ ਫੋਟੋ ਰਹਿਣਾ। ਗੁਰੂ ਰਾਮਦਾਸ ਦੇ ਦਰ ਤੇ ਆਇਆ ਤੇ ਗੁਰੂ ਰਾਮਦਾਸ ਦੇ ਕੋਲੋਂ ਗੁਰੂ ਰਾਮਦਾਸ ਨੂੰ ਮੰਗ, ਮੇਰੀ ਫੋਟੋ ਚੋਂ ਕੀ ਲੈਂਗਾ, ਆਪਣੀ ਫੋਟੋ ਚੋਂ ਕੀ ਲੈਂਗਾ। ਗੁਰਮੁਖੋ ਨਕਲੀ ਮੂਰਤ, ਅਸਲੀ ਨਾਮ। ਮੂਰਤਾਂ ਨੂੰ ਛੱਡ ਕੇ ਉਪਰਾਲਾ ਕਰਿਆ ਕਰੀਏ, ਕਦ ਸਾਡੇ ਹਿਰਦੇ ਦੇ ਅੰਦਰ ਨਾਮ ਵਸ ਜਾਏ। ਤੇ ਨਾਮ ਤਾਂ ਹੀ ਵਸੇਗਾ ਵੀ ਜੇ ਹਿਰਦਾ ਖਾਲੀ ਹੋਵੇਗਾ। ਆਪਾਂ ਪ੍ਰਕਰਮਾਂ 'ਚ ਸਾਰੀ ਦੁਨੀਆ ਦੀ ਨਿੰਦਿਆ ਕਰੀ ਜਾਂਦੇ। ਰੱਬ ਦਾ ਵਾਸਤਾ ਜੇ ਗੁਰੂ ਰਾਮਦਾਸ ਦੀ ਗੋਦੀ 'ਚ ਬੈਠ ਕੇ ਗੁਰੂ ਰਾਮਦਾਸ ਦੀਆਂ ਰਹਿਮਤਾਂ ਦੀਆਂ ਘੁੱਟਾਂ ਭਰਿਆ ਕਰੋ। ਨਿੰਦਿਆ ਕਰਕੇ, ਚੁਗਲੀ ਕਰਕੇ, ਗੱਲਾਂ ਕਰਕੇ ਆਪਣਾ ਜੀਵਨ ਬਰਬਾਦ ਨਾ ਕਰਿਆ ਕਰੀਏ। ਇਹ ਮੈਨੂੰ ਦਰਦ ਹੋਣ ਕਰਕੇ ਮੈਂ ਤਾਂ ਬੇਨਤੀ ਕੀਤੀ ਹੈ, ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੋ, ਇਕਾਗਰਤਾ ਲਈ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਪੰਜਵਾ। ਘਰ ਪਹਿਲਾ ਆਸਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਠ ਰਾਗਨੀ ਦੇ ਵਿੱਚ, ਸੋਠ ਰਾਗ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਪਹਿਲੇ ਕਰ ਸੁਰਤਾਲ ਵਿੱਚ ਇਹ ਅਸ਼ਟਪਦੀਆਂ ਉਚਾਰਦੇ ਹਨ। ਤੁਸੀਂ ਕਹਿਣਾ ਵੀ ਭਾਈ ਸਾਹਿਬ ਤੁਸੀਂ ਉਖੜ ਗਏ ਹੋ, ਤੁਸੀਂ ਰਾਗ ਵੀ ਆਖਿਆ ਤੇ ਰਾਗਣੀ ਆਖਿਆ, ਦੋ ਗੱਲਾਂ ਕਿਉਂ? ਜਿਹੜੇ ਰਾਗਾਂ ਦੇ ਉਚਾਰਨ ਵਾਲੇ ਵੀਰ ਨੇ ਉਹ ਸੋਠ ਨੂੰ ਰਾਗਣੀ ਕਰਕੇ ਮੰਨਦੇ ਹਨ। ਤੇ ਰਾਗ ਮੈਂ ਤਾਂ ਕਿਹਾ ਕਿਉਂਕਿ ਰਾਗ ਮਾਲਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਥਵਾ ਜਿੰਨੀ ਵੀ ਗੁਰਬਾਣੀ ਹੈ ਨਾ, ਗੁਰਬਾਣੀ 'ਚ ਭਾਵੇਂ ਤਨਾਸਰੀ ਹੈ ਭਾਵੇਂ ਸੋਠ, ਉਹਨੂੰ ਰਾਗ ਕਹਿ ਕੇ ਸਨਮਾਨਿਤ ਕੀਤਾ ਹੈ। ਇਸ ਕਾਰਨ ਕਰਕੇ ਮੈਂ ਦੋਵੇਂ ਸ਼ਬਦ ਵਰਤੇ ਨੇ। ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ,
ਸੱਚਾ ਗੁਰੂ ਕਿਰਪਾ ਕਰੇ ਤਾਂ ਗੱਲ ਬਣੇਗੀ। ਸਭ ਜਗ ਜਿਨਹਿ ਉਪਾਇਆ ਇਹ ਪਾਈ। ਕਹਿੰਦੇ ਭਾਈ ਸਾਰਾ ਸੰਸਾਰ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਜਿਹੜਾ ਜਗ ਲਫ਼ਜ਼ ਹੈ ਨਾ, ਇਹ ਦੋ ਸ਼ਬਦਾਂ ਦਾ ਮਿਲਾਪ ਹੈ, ਜੱਜਾ ਜਨਮ, ਗੱਗਾ ਗਤ ਮੌਤ। ਕਿਸੇ ਦੇ ਘਰ ਵਧਾਈਆਂ ਦਿੱਤੀਆਂ ਜਾ ਰਹੀਆਂ ਤੇ ਕਿਸੇ ਦੇ ਘਰੋਂ ਵੈਣਾ ਦੀ ਆਵਾਜ਼ ਆਉਂਦੀ ਹੈ, ਕਿਸੇ ਦੇ ਘਰ ਖੁਸ਼ੀ ਤੇ ਕਿਸੇ ਦੇ ਘਰ ਗਮੀ ਹੈ। ਇਸ ਕਾਰਨ ਕਰਕੇ ਇਹਨੂੰ ਜਗ ਕਿਹਾ। ਨਾਲ ਇੱਕ ਬੇਕੀ ਵਾਲਾ ਨੁਕਤਾ, ਜਿਹੜਾ ਸਭ ਜਗ ਲਿਖਿਆ ਨਾ, ਇਹਦਾ ਕਾਰਨ ਜੇ ਮੈਂ ਨਾਂ ਲੈ ਕੇ ਗੱਲ ਕੀਤੀ ਤੇ ਮੁੜ ਕੇ 295 ਇਹ ਲੱਗ ਜੇਗੀ ਮੇਰੇ ਤੇ, ਇਸ ਕਰਕੇ ਮੈਂ ਨਾਂ ਨਹੀਂ ਲੈਣਾ। ਇੱਕ ਧਰਮ ਹੈ, ਦੋ ਤਰ੍ਹਾਂ ਦੇ ਧਰਮ ਨੇ, ਇੱਕ ਇਰਮਨੀ ਤੇ ਇੱਕ ਭਾਰਤੀ। ਇੱਕ ਇਰਮਨੀ ਧਰਮ ਚ ਇਥੋਂ ਤੱਕ ਲਿਖਿਆ ਜਿਹੜਾ ਸਾਡਾ ਰੱਬ ਹੈ ਨਾ, ਇਹ ਵਿਸ਼ੇਸ਼ ਹੈ ਬਾਕੀਆਂ ਦੇ ਨਾਲੋਂ, ਤੇ ਸਾਡਾ ਰੱਬ ਸਖਤ ਬੜਾ ਹੈ। ਜੇ ਕਿਸੇ ਗੁਰਮੁਖ ਨੇ ਜਾਣਕਾਰੀ ਲੈਣੀ ਹੋਣੀ ਆ ਤੇ ਮੈਨੂੰ ਬਾਅਦ ਪੁੱਛ ਲਿਆ ਜੇ। ਭਾਵ ਸਾਡਾ ਰੱਬ ਜਿਹੜਾ ਵਿਸ਼ੇਸ਼ ਹੈ ਬਾਕੀਆਂ ਦੇ ਨਾਲੋਂ, ਤੇ ਸਾਡਾ ਰੱਬ ਕੇਵਲ ਤੇ ਕੇਵਲ ਸਾਡੇ ਲਈ ਹੈ ਤੇ ਦੂਜਿਆਂ ਵਾਸਤੇ ਨਹੀਂ। ਇਹੋ ਜੀ ਸੌਲੀ ਸੋਚ ਵੀ ਹੈ। ਲੇਕਿਨ ਗੁਰਦੇਵ ਕਹਿੰਦੇ ਨਾ ਭਾਈ, ਆਪਾਂ ਗੁਰਬਾਣੀ ਪੜ੍ਹਦੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੂੰ ਸਾਰਿਆਂ ਦਾ ਸਤਿਕਾਰਯੋਗ ਹੈ ਤੇ ਸਾਡਾ ਪਿਤਾ ਹੈ। ਆਪਾਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੋਕਿਆ ਕਾੜਾ ਜੀਓ। ਬਰੌਡ ਮਾਈਂਡਡਨੈਸ, ਵਿਸ਼ਾਲ ਦਿਲੀ ਗੁਰਬਾਣੀ ਦੀ ਇਹ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਇਹ ਨਹੀਂ ਆਖਿਆ ਹਿੰਦੂਆਂ ਦਾ ਰੱਬ ਹੋਰ ਹੈ, ਮੁਸਲਮਾਨਾਂ ਦਾ ਖੁਦਾ ਹੋਰ ਹੈ। ਗੁਰਦੇਵ ਕਹਿੰਦੇ ਨਾ ਭਾਈ, ਸਾਰਾ ਸੰਸਾਰ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਕਰਨ ਕਾਰਨ ਸਮਰੱਥ, ਉਹ ਭਾਈ ਬਹਾਨੇ ਬਣਾਉਣ ਵਾਲਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹੋ। ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਦਾ ਮੈਂ ਇਤਿਹਾਸ ਪੜ੍ਹਿਆ ਤੇ ਘਟਨਾ ਵੇਖੀ। ਇੱਕ ਫਕੀਰ ਅਹਿਮਦ ਸ਼ਾਹ ਅਬਦਾਲੀ ਦੇ ਉੱਪਰ, ਇਹ ਬੱਚਾ ਸੀ, ਭੇਡਾਂ ਚਾਰਨ ਵਾਲਾ ਕਾਕਾ ਸੀ ਅਹਿਮਦ ਸ਼ਾਹ ਅਬਦਾਲੀ। ਮੈਨੂੰ ਫਕੀਰ ਦਾ ਨਾਮ ਭੁੱਲ ਗਿਆ, ਸ਼ਾਇਦ ਆਲਮ ਸਾਨੀ ਸੀ, ਮੈਂ ਗਲਤ ਨਾਂ ਨਾ ਕਵਾਂ। ਤੇ ਨਾਦਰ ਸ਼ਾਹ ਆਇਆ ਤੇ ਕਹਿਣ ਲੱਗਾ, ਮਹਾਂਪੁਰਸ਼ੋ ਸਾਈਂ ਲੋਕੋ ਕੀ ਕਰਦੇ ਹੋ? ਕਹਿੰਦੇ ਇਹਨੇ ਆਉਣ ਵਾਲੇ ਸਮੇਂ 'ਚ ਬਾਦਸ਼ਾਹ ਬਣਨਾ ਹੈ। ਮੈਂ ਬੇਨਤੀ ਕਰ ਰਿਹਾ, ਕਰਨ ਕਾਰਨ ਬਹਾਨਾ। ਸਾਈਂ ਲੋਕੋ ਕੀ ਕਰਦੇ ਹੋ? ਕਹਿੰਦੇ ਇਸ ਕਾਕੇ ਨੇ ਕਦੇ ਬਾਦਸ਼ਾਹ ਬਣਨਾ ਹੈ। ਤੇ ਨਾਦਰ ਸ਼ਾਹ ਕਹਿੰਦਾ, ਜੀ ਮੈਨੂੰ ਦੇ ਦਿਓ। ਤੁਸੀਂ ਕਿਤੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦਾ ਇਤਿਹਾਸ ਪੜ੍ਹ ਕੇ ਤੁਹਾਨੂੰ ਉੱਥੋਂ ਪੁਆਇੰਟ ਮਿਲ ਜਾਏਗਾ। ਹੁਣ ਵੇਖੋ ਵੀ ਇੱਕ ਰਾਜ ਦੇ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ। ਆਪਣੇ ਵੱਲੋਂ ਮਧਰਦੀ ਕੀਤੀ ਪਰ ਆਪਣੀ ਮੌਤ ਨਾਲ ਲੈ ਲਈ। ਉਸ ਫਕੀਰ ਕੋਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਮੰਗ ਲਿਆ, ਔਰ ਉਸੇ ਅਹਿਮਦ ਸ਼ਾਹ ਅਬਦਾਲੀ ਨੇ ਨਾਦਰ ਨੂੰ ਕਤਲ ਕਰਕੇ ਮੁੜ ਕੇ ਰਾਜ ਭਾਗ ਸੰਭਿਆ। ਇਹਨੂੰ ਕਹਿੰਦੇ ਕਾਰਨ ਕਰਨ ਕਾਰਨ ਸਮਰੱਥ। ਭਾਵ ਉਹ ਕਾਰਨਾਂ ਨੂੰ ਬਣਾਉਣ ਵਾਲਾ ਵੀ ਉਹ ਹੈ ਔਰ ਉਹ ਸਮਰੱਥ ਹੈ। ਉਹਦੇ ਬਰਾਬਰ ਹੋਰ ਕੋਈ ਨਹੀਂ। ਸਮਰੱਥ ਲਫ਼ਜ਼ ਕਿਉਂ ਕਿਹਾ ਹੈ? ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਤੇ ਉੱਥੇ ਆਉਂਦਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹਦੀ ਵਿਆਖਿਆ ਸਾਨੂੰ ਇਉਂ ਪੜਾਉਂਦੇ ਨਹੀਂ, ਬੜਾ ਸੰਸਾਰੀ ਬ੍ਰਹਮਾ, ਭੰਡਾਰੀ ਵਿਸ਼ਨੂੰ, ਲਾਏ ਦੀ ਬਾਣ ਸ਼ਿਵ ਜੀ। ਭਾਵ ਸ਼ਿਵ ਜੀ ਮਹਾਰਾਜ ਲੈਤਾ ਕਰਦੇ ਨੇ, ਬ੍ਰਹਮਾ ਜੀ ਪੈਦਾ ਕਰਦੇ ਨੇ, ਵਿਸ਼ਨੂੰ ਜੀ ਰੋਟੀ ਦਿੰਦੇ। ਇੱਕ ਇੱਕ ਡਿਊਟੀ ਹੈ, ਮਹਿਕਮੇ ਵੰਡੇ ਨੇ। ਲੇਕਿਨ ਇੱਥੇ ਸਮਰਾਟ ਦਾ ਭਾਵ ਹੈ ਉਹ ਗੁਰਮੁਖੋ ਰੋਜੀ ਦੇਣ ਵਾਲਾ ਵੀ ਉਹ, ਪਾਲਣਾ ਕਰਨ ਵਾਲਾ ਵੀ ਉਹ, ਔਰ ਜੀਵ ਆਤਮਾ ਨੂੰ ਲਿਜਾਣ ਵਾਲਾ ਵੀ ਉਹ। ਸਾਰਾ ਦਾ ਸਾਰਾ ਕੰਟਰੋਲ ਉਸ ਇੱਕ ਪ੍ਰਮਾਤਮਾ ਦੇ ਵਸ ਵਿੱਚ ਹੈ। ਜੀਉ ਪਿੰਡ ਜਿਨ ਸਾਜਿਆ ਪਾਈ। ਜੀਉ ਦਾ ਭਾਵ ਹੁੰਦਾ ਚੇਤਨ ਕਲਾ, ਪਿੰਡ ਦਾ ਭਾਵ ਸਰੀਰ। ਜਿਸ ਪਰਿਪੂਰਨ ਵਾਹਿਗੁਰੂ ਨੇ
ਸਰੀਰ ਮਾਂ ਦੇ ਗਰਭ ਵਿੱਚ ਪੈਦਾ ਕਰਕੇ ਮਾਂ ਦੇ ਗਰਭ ਵਿੱਚ ਸਰੀਰ ਦੀ ਬਣਤ ਬਣਾ ਕਰਕੇ ਇਹਦੇ ਵਿੱਚ ਚੇਤਨ ਕਲਾ ਪਾਉਣਾ ਕੀਤੇ। ਧੀ ਕਰ ਆਪਣੀ ਵਾਥ, ਆਪਣੀ ਵਾਥ ਵਸਤੂ ਆਪਣੀ ਸ਼ਕਤੀ ਦੇ ਨਾਲ ਮਾਂ ਕੀ ਰਗਤ ਪਿਤਾ ਬਿੰਦ ਝਾਰਾ, ਪਿਤਾ ਦੀ ਬਿੰਦ ਤੇ ਮਾਂ ਦੇ ਖੂਨ ਤੋਂ ਸਾਡੇ ਸਰੀਰ ਦੀ ਬਣਤਰ ਬਣੀ। ਕਿਨ ਕਹੀਐ ਕਿਉ ਦੇਖੀਐ ਭਾਈ। ਇਸ ਕਰਕੇ ਭਾਈ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ, ਇਹ ਕਿਵੇਂ ਕਹਿ ਸਕਦੇ ਵੀ ਉਹ ਕਿਹੋ ਜਿਹਾ ਹੈ। ਕਰਤਾ ਏਕ ਅਕਾਥ, ਇਹ ਗੱਲ ਪੱਲੇ ਮੰਨ ਲਾ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਬਣਾਉਣ ਵਾਲਾ ਘੜਨ ਵਾਲਾ ਹੈ। ਔਰ ਇਸੇ ਪ੍ਰਕਾਰ ਜੇ ਕੋ ਆਖੇ ਨਾ ਵੀ ਮੈਂ ਉਹਦਾ ਅੰਤ ਪਾਣਾ ਤੇ ਅੰਤ ਨਹੀਂ ਜੇ ਪਾਇਆ ਜਾਂਦਾ। ਕਥਨਾ ਕਥੀ ਨਾ ਆਵੇ ਤੋਟ, ਕਥਾ ਕਰਨ ਵਾਲਿਆਂ ਦੀ ਕਥਾ ਮੁੱਕ ਜੇ, ਕਥਾ ਵਾਚਕ ਮੁੱਕ ਜਾਣਗੇ, ਪਰ ਪ੍ਰਮਾਤਮਾ ਦੀ ਕਥਾ ਨਹੀਂ ਜੇ ਮੁੱਕਣੀ। ਅਸੀਂ ਹਿੰਦੂ ਧਰਮ ਦੇ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਹੈ ਕਿ ਜਿਹੜੀ ਧਰਤੀ ਨੂੰ ਸ਼ੇਸ਼ਨਾਗ ਨੇ ਚੁੱਕਿਆ, ਉਹਨਾਂ ਦਾ ਵਿਸ਼ਵਾਸ। ਔਰ ਕਹਿੰਦੇ ਨੇ ਵੀ ਉਹ 10,000 ਪ੍ਰਮਾਤਮਾ ਦੇ ਰੋਜ਼ਾਨਾ ਨਵੇਂ ਨਾਂ ਲੈਂਦਾ ਔਰ ਅੱਜ ਤੱਕ ਉਸ ਪ੍ਰਮਾਤਮਾ ਦੇ ਨਾਮ ਉਹਦੇ ਕੋਲ ਮੁੱਕੇ ਨਹੀਂ। ਹਿੰਦੂ ਮਿਥਿਹਾਸ ਵਿੱਚ ਇਹ ਗੱਲ ਲਿਖੀ ਹੋਈ ਹੈ। ਕਹਿੰਦੇ ਇਸ ਪ੍ਰਕਾਰ ਜੇ ਕੋ ਆਖੇ ਨਾ ਕਿ ਮੈਂ ਪ੍ਰਮਾਤਮਾ ਦੀ ਕਥਾ ਕਰਕੇ ਉਹਦਾ ਅੰਤ ਪਾ ਲਾਂਗਾ ਨਾ, ਤੇ ਨਹੀਂ ਪਾਇਆ ਜਾਣਾ। ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਗੁਰ ਗੋਬਿੰਦ ਸਲਾਹੀਐ ਭਾਈ। ਇਸ ਕਰਕੇ ਪ੍ਰਕਾਸ਼ ਸਰੂਪ ਜਿਹੜਾ ਗਿਆਨ ਦੇ ਦੁਆਰਾ ਜਾਣਿਆ ਜਾਂਦਾ ਨਾ, ਜਿੰਨਾ ਹੋ ਸਕੇ ਉਹਦੀ ਸਿਫਤ ਸਲਾਹ ਕਰਿਆ ਕਰ। ਕਿ ਨਹੀਂ ਕਰਾਂ? ਜਪਜੀ ਸਾਹਿਬ ਪੜ੍ਹਦੇ ਹੋ ਪਿਆਰਿਓ, ਇਹ ਬ੍ਰਹਮ ਗਿਆਨ ਦੀ ਦੇਣ ਵਾਲੀ ਹੈ। ਮੇਰੇ ਖਿਆਲ ਮੁਤਾਬਕ ਜੇ ਤੁਸੀਂ ਮੈਨੂੰ ਪੁੱਛੋ ਨਾ, ਤੇ ਮੈਨੂੰ 36 ਸਾਲ ਬਤੌਰ ਕਥਾਵਾਚਕ ਇੱਥੇ ਡਿਊਟੀ ਦੇ ਤੌਰ ਤੇ ਪੱਕੇ ਤੌਰ ਤੇ ਹੋ ਗਏ ਨੇ। ਮੈਂ ਸੱਚ ਬੋਲਣ ਲੱਗਾ ਕਿ ਮੈਨੂੰ ਜਪਜੀ ਸਾਹਿਬ ਦੇ ਅਰਥ ਅੱਜ ਤੱਕ ਨਹੀਂ ਜਿਉਂਦੇ। ਜਪਜੀ ਸਾਹਿਬ ਦੇ ਅਰਥ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜਾਣਦਾ, ਕਿਸੇ ਨੂੰ ਨਹੀਂ ਜਿਉਂਦੇ। ਜਿੰਨੀ ਹਾਂ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਇਹ ਮੈਂ ਮਾੜੀ ਟੂਕ ਮਾਤਰ ਤਾਂ ਬੇਨਤੀ ਕੀਤੀ ਹੈ, ਤੁਸੀਂ ਗ੍ਰੰਥਾਂ ਦੇ ਵਿੱਚੋਂ ਕਿਤੇ ਏਕ ਓੰਕਾਰ ਦੇ ਅਰਥ ਪੜੋ, ਕੱਲੇ ਏਕ ਓੰਕਾਰ ਦੇ। ਤੇ ਗੁਰਮੁਖੋ 7 ਟੀਮਾਂ ਨੇ ਤੇ ਉਹਨਾਂ ਦੀਆਂ ਅੱਗੇ 9 ਰਾਵਾਂ ਨੇ ਭੱਲੇ। ਕੱਲੇ ਏਕ ਓੰਕਾਰ ਦੇ ਬਾਰੇ 63 ਟੀਮਾਂ ਨੇ। ਉਹ ਕਹਿੰਦਾ ਵੀ ਆਹ ਅਰਥ ਨੇ, ਦੂਜਾ ਕਹਿੰਦਾ ਆਹ ਅਰਥ ਨੇ, ਕੱਲੇ ਏਕ ਓੰਕਾਰ ਦੇ। ਤੇ ਜੇ ਏਕ ਓੰਕਾਰ ਤੇ 63 ਟੀਮਾਂ ਬਣ ਗਈਆਂ ਤੇ ਆਪਾਂ ਸਾਰੀ ਜਪਜੀ ਸਾਹਿਬ ਦੀ ਬਾਣੀ ਦਾ ਅੰਤ ਕਿਵੇਂ ਪਾ ਲਾਂਗੇ? ਹਾਂ, ਗੁਰੂ ਪਾਤਸ਼ਾਹ ਕਹਿੰਦੇ ਨੇ, ਪੰਕਤੀ ਪੜ੍ਹੀ ਭਾਈ ਸਾਹਿਬ ਨੇ, ਗੁਰ ਗੋਬਿੰਦ ਸਲਾਹੀਏ ਭਾਈ। ਉਹਦੀ ਸਿਫਤੋ ਸਲਾਹਿਓ ਕਰ, ਸਲਾਹੀ ਸਲਾਹੇ ਏਤੀ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ। ਇਹਦਾ ਅਰਥ ਇਹ ਹੈ, ਉਸ ਪ੍ਰਮਾਤਮਾ ਦੀ ਇੰਨੀ ਸਿਫਤੋ ਸਲਾਹ ਕਰ, ਜਿਵੇਂ ਨਦੀਆਂ ਪਹਾੜਾਂ ਚੋਂ ਨਿਕਲ ਕਰਕੇ ਤੇ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ ਨਾ, ਇਸ ਪ੍ਰਕਾਰ ਵਾਹਿਗੁਰੂ ਦੀ ਸਿਫਤੋ ਸਲਾਹ ਕਰਕੇ ਗੁਰਮੁਖਾ ਉਹਦੇ ਵਿੱਚ ਅਭੇਦ ਹੋਣ ਦਾ ਯਤਨ ਕਰ, ਉਹਦੇ ਵਿੱਚ ਰਲਣ ਦਾ ਯਤਨ ਕਰਦੇ। ਜੇ ਆਖਿਆ ਨਾ ਵੀ ਜਿੰਨਾ ਚਿਰ ਪਾਸੇ ਨੂੰ ਤੈਨੂੰ ਖਤਰਾ ਹੈ, ਜਿਵੇਂ ਨਦੀ ਸਮੁੰਦਰ ਵਿੱਚ ਪੈ ਕੇ ਤੇ ਸਮੁੰਦਰ ਦਾ ਰੂਪ ਬਣ ਜਾਂਦੀ ਹੈ, ਇਸੇ ਪ੍ਰਕਾਰ ਪਰਮਾਤਮਾ ਦੀ ਵਡਿਆਈ ਕਰਕੇ ਤੇ ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਪਰਮਾਤਮਾ ਜੋ ਪ੍ਰਕਾਸ਼ ਰੂਪ ਹੈ, ਜਿਹਦਾ ਗਿਆਨ ਦੁਆਰਾ ਅਨੁਭਵ ਹੁੰਦਾ ਹੈ, ਉਹਦੀ ਸਿਫਤੋ ਸਲਾਹ ਕਰਨਾ ਕਰ। ਜਿਸ ਤੇ ਜਾਪੈ ਤੱਥ, ਇਸ ਕਰਕੇ ਤੂੰ ਤਤ ਸਿਧਾਂਤ ਨੂੰ ਸਮਝ ਸਕੇ। ਨੀਰੇ ਮਨ ਜਪੀਏ ਹਰਿ ਭਗਵੰਤਾ। ਵਿਦਵਾਨ ਪੁਰਸ਼ਾਂ ਦੇ ਮੁਤਾਬਕ 3 ਤਰ੍ਹਾਂ ਦੇ ਭਗਤੇ ਹੁੰਦੇ ਹਨ। ਉਤਮ ਭਗਤਾ, ਮਧਮ ਭਗਤਾ, ਕਨਿਸ਼ਟ ਭਗਤਾ। ਭਗਤਾ ਤੋਂ ਭਾਵ ਬੋਲਣ ਵਾਲਾ। ਉਤਮ ਭਗਤਾ ਉਹ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਕਹਿਣ ਦੀ ਬਜਾਏ ਆਪਣਾ ਬਹਾਨਾ ਬਣਾ ਕਰਕੇ ਦੂਜਿਆਂ ਨੂੰ ਸਿੱਖਿਆ ਦੇਣਾ ਕਰੇ। ਕਿਉਂਕਿ ਦੂਜਿਆਂ ਨੂੰ
ਕਵਾਂਗੇ ਤੇ ਅਗਲਾ ਕਹੇਗਾ ਤੂੰ ਮੇਰੇ ਤੇ ਪਰਸਨਲੀ ਅਟੈਕ ਕੀਤਾ, ਤੂੰ ਕੌਣ ਹੋਵੇਂ ਸਮਝਾਉਣ ਵਾਲਾ। ਇਸ ਕਰਕੇ ਦੂਜਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਪਹਿਲਾਂ ਆਪਣੇ ਮਨ ਨੂੰ ਸਮਝਾ। ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਏ ਗਿਆਨ, ਮੇਰੇ ਮਨ ਜਪੀਏ। ਇਹ ਮੇਰੇ ਮਨਾ ਕਿੱਥੇ ਦੌੜਦਾ ਫਿਰਦਾ ਹੈ, ਲੋਕਾਂ ਨੂੰ ਸਿੱਖਿਆ ਦੇਣਾ, ਕਿਤੇ ਤੂੰ ਵੀ ਜਪਣਾ ਕਰ। ਸਾਡੀ એનર્ਜੀ ਦੂਜਿਆਂ ਨੂੰ ਸੁਧਾਰਨ ਤੇ ਲੱਗ ਜਾਂਦੀ ਤੇ ਆਪਾਂ ਆਪ ਸੁਧਰਦੇ ਨਹੀਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਗ ਸਭ ਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਨਾ। ਜੇ ਕਿਤੇ ਜਪਣ ਲੱਗ ਪਏ ਨਾ, ਉਹ ਤੇਰਾ ਹਮੈਤੀ ਬਣ ਜਾਏਗਾ, ਉਹ ਤੇਰਾ ਪੱਖੀ ਬਣ ਜਾਏਗਾ, ਤੇਰੇ ਸਾਰੇ ਕਾਰਜ ਸੌਰ ਜਾਣਗੇ। ਇਸ ਕਰਕੇ ਮੇਰੇ ਮਨਾ ਜਪਣਾ ਕਰ। ਜਿਹੜਾ ਜਪ ਸ਼ਬਦ ਹੈ ਨਾ, ਜਿਹੜੀਆਂ ਸਿਮਰਤੀਆਂ 27 ਸਿਮਰਤੀਆਂ, ਉਹਨਾਂ 'ਚ ਇੱਕ ਮਿਰਤੀ ਸਿਮਰਤੀ ਹੈ। ਉਹਦੇ 'ਚ ਇਹਦੀਆਂ 3 ਕਿਸਮਾਂ ਲਿਖੀਆਂ ਨੇ ਜਪ ਦੀਆਂ, ਵਾਚਕ, ਮਾਨਸਿਕ ਤੇ ਅਪਾਂਸ਼ੂ ਜਾਪ। ਵਾਚਕ ਦਾ ਭਾਵ ਹੁੰਦਾ ਬੋਲ ਬੋਲ ਕੇ ਤੇ ਪ੍ਰਮਾਤਮਾ ਦਾ ਨਾਮ ਲੈਣਾ, ਇਹਨੂੰ ਕਹਿੰਦੇ ਨੇ ਵਾਚਕ ਜਾਪ। ਅਪਾਂਸ਼ੂ ਦਾ ਭਾਵ ਹੁੰਦਾ ਵੀ ਦੂਜਿਆਂ ਦੇ ਤੱਕ ਆਵਾਜ਼ ਨਾ ਜਾਵੇ, ਸਾਡੇ ਬੁੱਲ ਫਰਕਣ ਪਰ ਬਾਹਰ ਆਵਾਜ਼ ਨਿਕਲੇ, ਇਹਨੂੰ ਕਹਿੰਦੇ ਅਪਾਂਸ਼ੂ। ਤੀਜਾ ਤਰੀਕਾ ਹੈ ਮਾਨਸਿਕ ਜਾਪ, ਭਾਵੇਂ ਮੂੰਹ ਬੋਲੀਏ ਜਾਂ ਨਾ ਬੋਲੀਏ, ਜ਼ਬਾਨ ਹਿੱਲੇ ਜਾਂ ਨਾ ਹਿੱਲੇ, ਲੇਕਿਨ ਜਿਹੜੀ ਅੰਦਰ ਦੀ ਸੁਰਤੀ ਹੈ ਨਾ, ਉਹ ਉਹਦੇ ਨਾਲ ਜੁੜੀ ਰਵੇ, ਉਹਨੂੰ ਕਹਿੰਦੇ ਨੇ ਮਾਨਸਿਕ ਜਾਪ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਲੋਕਾਂ ਨੂੰ ਕਹਿਣ ਦੀ ਬਜਾਏ ਭਾਵੇਂ ਬਾਜ ਕਰ, ਭਾਵੇਂ ਮਾਨਸਿਕ ਕਰ, ਭਾਵੇਂ ਅਪਾਂਸ਼ੂ ਕਰ, ਪਰ ਉਸ ਪ੍ਰਮਾਤਮਾ ਦਾ ਜਾਪ ਕਰ, ਉਹਨੂੰ ਚੇਤੇ ਰੱਖ। ਨਾਮ ਦਾਨ ਦੇ ਜਨ ਆਪਣੇ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਪਾਲਣਾ ਕਰਨ ਵਾਲਾ ਹੈ, ਤੇਰੇ ਜਪੇਗਾ ਨਾ। ਇੱਕ ਤੈਨੂੰ ਹੋਰ ਕਹਿ ਦਿਆਂ ਵੀ ਗੁਰਮੁਖਾ ਦਾਤਾ ਨਾ ਬਣ ਜੀ, ਮੰਗਤਾ ਬਣ ਕੇ ਰਹੀ। ਕੀ ਮੰਗਣਾ ਹੈ? ਨਾਮ ਦਾਨ ਦੇ ਜਨ ਆਪਣੇ। ਹੇ ਮੇਰੇ ਵਾਹਿਗੁਰੂ, ਮੈਂ ਤੇਰਾ ਦਾਸ ਹਾਂ ਤੇ ਮੈਨੂੰ ਆਪਣਾ ਦਾਸ ਜਾਣ ਕਰਕੇ ਨਾਮ ਦੀ ਦਾਤ ਦੇਣਾ ਕਰੋ। ਦੁੱਖ ਦਰਦ ਕਾ ਹੰਤਾ, ਔਰ ਇਹ ਨਾਮ ਦੁੱਖਾਂ ਤੇ ਦਰਦਾਂ ਦਾ ਨਾਸ਼ ਕਰ ਦੇਗਾ। ਇਹਦੀਆਂ ਵੱਖ-ਵੱਖ ਕਿਸਮਾਂ ਲਿਖੀਆਂ ਨੇ, 4 ਤਰ੍ਹਾਂ ਦਾ ਦੁੱਖ ਲਿਖਿਆ ਗੁਰਬਾਣੀ 'ਚ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਔਰ ਦਰਦ ਦਾ ਭਾਵ ਵਿਦਿਆ ਬਿਸਮਝ ਪੁਣਾ। ਬਿਸਮਝ ਪੁਣਾ ਕੀ ਹੈ? ਆਪਾਂ ਜਿੰਨੇ ਵੀ ਬੈਠੇ ਤੇ ਬਾਹਰ ਸੁਣਦੇ ਆ ਨਾ, ਸਾਡੇ ਸਭ ਤੋਂ ਵੱਡੀ ਬਿਸਮਝੀ ਇਹ ਵੀ ਅਸੀਂ ਕਹਿੰਦੇ ਮੈਂ ਨਹੀਂ ਮਰਨਾ। ਆਪਾਂ ਜਿੰਨੇ ਬੈਠੇ ਧਿਆਨ ਦੇ ਆ ਜੇ, ਆਪਾਂ ਨੂੰ ਕਦੇ ਆਪਣੀ ਮੌਤ ਦਾ ਚੇਤਾ ਨਹੀਂ ਆਇਆ, ਕਦੇ ਵੀ ਨਹੀਂ ਆਇਆ। ਜਦ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਦੋਂ ਬੱਚਾ ਵੇਸਲਾ ਹੋ ਕੇ ਤੁਰੇ ਤਾਂ ਮੁੜ ਕੇ ਮਾਪਿਓ ਪਰੋਸ ਕੇ ਕਹਿੰਦੇ ਪੁੱਤਰ ਸਿੱਧਾ ਹੋ ਕੇ ਤੁਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਤੂੰ ਕਹਿੰਦਾ ਮੈਂ ਮਰਨਾ ਨਹੀਂ, ਤੇ ਥੋੜਾ ਜਿਹਾ ਖਿਆਲ ਕਰ ਫਰੀਦਾ, ਕਿੱਥੇ ਤੈੜੇ ਮਾਪਿਆ ਜਿੰਨੀ ਤੂੰ ਜਣਿਓ ਏ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ। ਤੇਰੀ ਬੇਬੇ ਜੀ ਕਿੱਥੇ ਗਏ, ਤੇਰਾ ਬਾਪੂ ਕਿੱਥੇ ਗਿਆ? ਜੇ ਬੇਬੇ ਤੇ ਬਾਪੂ ਨੂੰ ਬਾਹਰ ਮੜੀਆਂ 'ਚ ਛੱਡਣਾ ਹੈ ਤੇ ਗੁਰਮੁਖਾ ਨੰਬਰ ਤੇਰਾ ਵੀ ਆਇਆ ਜਾਣ। ਪਰ ਆਪਾਂ ਨੂੰ ਭੁਲੇਖਾ ਮੈਂ ਨਾ ਮਰੋ ਮਰਬੋ ਸੰਸਾਰਾ, ਮੈਨੂੰ ਕੀ ਹੋਇਆ, ਮੈਂ ਤਾਂ ਅਜੇ ਚੰਗਾ ਭਲਾ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨੂੰ ਕਹਿੰਦੇ ਨੇ ਅਵਿਦਿਆ, ਬੇਸਮਝ ਪੁਣਾ। ਯਾਦ ਰੱਖਿਆ ਜੇ ਮੌਤ ਚੇਤੇ ਹੋਵੇ ਤੇ ਬੰਦਾ ਗੁਨਾਹ ਨਹੀਂ ਜੇ ਕਰਦਾ। ਆਪਾਂ ਜਿੰਨੇ ਗੁਨਾਹ ਕਰਦੇ ਆ ਨਾ, ਆਮ ਕਰਕੇ ਸਕੂਲਾਂ ਤੇ ਬੋਰਡ ਲਿਖਿਆ ਹੁੰਦਾ ਮੌਤ ਤੇ ਰੱਬ ਨੂੰ ਚੇਤੇ ਰੱਖੋ। ਸੋ ਇਸ ਪ੍ਰਕਾਰ ਗੁਰਮੁਖਾ ਵਿਦਿਆ ਦੀਆਂ ਦਰਦਾਂ ਕਰਕੇ ਪਰੇਸ਼ਾਨ ਹੈ, ਨਾਮ ਦੀ ਦਾਤ ਲੈ ਤਾਂ ਕਿ ਤੈਨੂੰ ਪਤਾ ਚੱਲੇ ਵੀ ਮੈਂ ਇੱਥੇ ਮੁਸਾਫਰ ਹਾਂ,
ਮੈਂ ਨਹੀਂ ਰਹਿਣਾ। ਰਹਾਓ ਵਿਸਰਾਮ ਦੇ ਕਰਕੇ ਦਇਆ ਕਰਦੇ ਹਨ। ਜਾ ਕੇ ਘਰ ਸਭ ਕਿਛ ਹੈ ਪਾਈ। ਮੰਗਤਿਆਂ ਦਾ ਮੰਗਤਾ ਨਾ ਬਣ। ਆਪਾਂ ਅਰਦਾਸ ਪੜ੍ਹਦੇ ਆ ਨਾ, ਮੈਂ ਗੱਲ ਕਹਿਣ ਲੱਗਾ ਤੇ ਜੇ ਗਲਤ ਹੋਵੇ ਤਾਂ ਮਾਫੀ ਦੇਣੀ। ਮੈਂ ਨਿੱਜੀ ਤੌਰ ਤੇ ਜਿੰਨੀਆਂ ਵੀ ਸੰਗਤਾਂ ਸੁਣਦੀਆਂ ਬੇਨਤੀ ਕਰਾਂਗਾ ਵੀ ਭਾਈ ਜਸਵੰਤ ਸਿੰਘ ਨੇਕੀ ਦੀ ਇੱਕ ਪੁਸਤਕ ਜੀ ਅਰਦਾਸ ਜ਼ਰੂਰ ਪੜ੍ਹਿਆ ਜੇ। ਮੈਂ ਉਹਨੂੰ ਬੜੇ ਧਿਆਨ ਨਾਲ ਵਾਰ-ਵਾਰ ਪੜ੍ਹਦਾ। ਉਹਨਾਂ ਨਿਰਣਾ ਕੀਤਾ ਵੀ ਅਰਦਾਸ ਦੇ ਵਿੱਚ ਸਾਨੂੰ ਗੁਰਦੇਵ ਨੇ ਵਾਰ-ਵਾਰ ਇੱਕ ਅੱਗੇ ਬੇਨਤੀ ਕਰਨ ਦਾ ਹੁਕਮ ਕੀਤਾ, ਇੱਕ ਅੱਗੇ ਜਿਹੜਾ ਦਾਤਾ ਹੈ। ਲੇਕਿਨ ਸਾਡਾ ਦੁਖਾਂਤ ਹੈ, ਜਿਹੜਾ ਵੀ ਮਿਲਿਆ ਉਹਦੇ ਗੋਡੀ ਪੈ ਕੇ ਜੀ ਬਾਬਾ ਜੀ ਕਰੋ ਕਿਰਪਾ, ਗਿਆਨੀ ਜੀ ਕਰੋ ਕਿਰਪਾ। ਜਿਹੜਾ ਖੁਦ ਮੰਗਤਾ ਹੈ ਉਹ ਕੀ ਦੇਗਾ? ਮੰਗਤਿਆਂ ਦੇ ਮੰਗਤੇ ਨਾ ਬਣਿਆ ਕਰੀਏ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕੀ ਦੇ ਅੱਗੇ? ਇੱਕ ਦੇ ਅੱਗੇ, ਜਿਹੜਾ ਪ੍ਰਕਾਸ਼ ਸਰੂਪ ਹੈ, ਜਿਹੜਾ ਕਦੇ ਹਰਦਾ ਨਹੀਂ, ਜਿਹੜਾ ਸਦੀਵੀ ਤੌਰ ਤੇ ਜਿੱਦਾਂ ਗੁਰਮੁਖਾ, ਉਹਦੇ ਅੱਗੇ ਅਰਦਾਸ ਕਰ। ਜਾਂ ਕੇ ਘਰ ਸਭ ਕਿਛ ਹੈ ਭਾਈ। ਆਪਾਂ ਤਾਈਓ ਤਾਂ ਉਹਦੇ ਕੋਲੋਂ ਮੰਗਦੇ ਹਾਂ ਨਾਮਦਾਨ, ਵੇਗਦਾਨ, ਵਸਾਦਾਨ, ਭਰੋਸਾਦਾਨ, ਵੀ ਸਾਰੇ ਦੇ ਸਾਰੇ ਦੇ ਸਕਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਾ ਕੇ ਘਰ ਸਭ ਕਿਛ ਹੈ ਭਾਈ। ਹੇ ਭਾਈ, ਹੇ ਵੀਰ, ਜਿਹਦੇ ਘਰ ਵਿੱਚ ਹਰ ਪਦਾਰਥ ਹੈ। ਨੌ ਨਿਧ ਭਰੇ ਭੰਡਾਰ। ਨੌ ਨਿਧੀਆਂ ਤੇ ਫਿਰ ਆਪਾਂ ਕਹਿੰਨੇ ਵੀ ਹੁਣ ਚੀਜ਼ ਦੀ ਕਮੀ ਹੈ, ਮੁੱਕ ਗਈ ਹੈ, ਸਟਾਕ ਮੁੱਕ ਗਿਆ ਹੈ। ਗੁਰਦੇਵ ਕਹਿੰਦੇ ਉਸ ਵਾਹਿਗੁਰੂ ਦੇ ਭੰਡਾਰੇ ਜਿਹੜੇ ਨੇ ਉਹ ਭਰੇ ਪਏ ਨੇ, ਉਹ ਮੁੱਕਣ ਵਾਲੇ ਨਹੀਂ। ਤਿਸ ਕੀ ਕੀਮਤ ਨਾ ਪਵੇ ਭਾਈ। ਫਿਰ ਹਰ ਇੱਕ ਚੀਜ਼ ਦੀ, ਵਸਤੂ ਦੀ ਕੀਮਤ ਵੀ ਇਹ ਇੰਨੇ ਲੱਖ ਦੀ, ਇੰਨੇ ਕਰੋੜ ਦੀ, ਇੰਨੇ ਅਰਬ ਦੀ ਹੈ। ਪਰ ਗੁਰਮੁਖਾ ਜੇ ਤੂੰ ਆਖੇ ਨਾ ਵੀ ਰੱਬ ਦੀ ਕੀਮਤ ਪਾ ਲਾਂ ਤੇ ਪ੍ਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹਦੇ ਦੋ ਅਰਥ ਨੇ, ਇੱਕ ਕੀਮਤ ਮੁੱਲ, ਇੱਕ ਮਰਿਆਦਾ। ਉਹਨੇ ਕਿਸ ਢੰਗ ਦੇ ਨਾਲ ਮਿਲਣਾ ਇਹ ਸਾਨੂੰ ਨਹੀਂ ਪਤਾ। ਕੋਈ ਗੁਰਮੁਖ ਪਿਆਰਾ ਅਸਾਈ ਹੋ ਕਰਕੇ ਪ੍ਰਾਰਥਨਾ ਕਰ ਰਿਹਾ ਹੈ, ਕੋਈ ਮੁਸਲਮਾਨ ਹੋ ਕਰਕੇ, ਕੋਈ ਭਰਾ ਸਾਡਾ ਨਮਾਜ਼ ਪੜ੍ਹ ਰਿਹਾ ਹੈ, ਕੋਈ ਗੁਰੂ ਕਾ ਸਿੱਖ ਹੋ ਕੇ ਬਾਣੀ ਪੜ੍ਹ ਰਿਹਾ ਹੈ। ਕਿਰਪਾ ਸਾਰਿਆਂ ਤੇ ਕਰਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜੇ ਆਖੇ ਵੀ ਇਕੱਲਾ ਪਾਠ ਨਾਲ ਗੱਲ ਬਣ ਜੇਗੀ, ਨਮਾਜ਼ ਵਾਲਿਆਂ ਤੇ ਵੀ ਕਿਰਪਾ ਕਰੇਗਾ। ਨਮਾਜ਼ ਵਾਲੇ ਕਹਿਣ ਵੀ ਇਕੱਲਾ ਨਮਾਜ਼ ਪੜ੍ਹਨ ਤੇ ਗੱਲ ਬਣੇਗੀ, ਨਹੀਂ ਨਹੀਂ, ਪੂਜਾ ਕਰਨ ਵਾਲਿਆਂ ਤੇ ਵੀ ਕਿਰਪਾ ਕਰੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹਦੀ ਮਰਿਆਦਾ ਦਾ ਕਿਸੇ ਨੂੰ ਭੇਦ ਨਹੀਂ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਉੱਚਾ ਅਗਮ ਅਪਾਰ। ਉੱਚਿਆਂ ਤੋਂ ਉੱਚਾ ਤੇ ਅਗਮ ਦੇ ਅਰਥ ਨੇ, ਇੱਕ ਤਾਂ ਮਹਾਂਪੁਰਸ਼ਾਂ ਨੇ ਅਰਥ ਕੀਤਾ ਮਨ ਦੀ ਪਹੁੰਚ ਤੋਂ ਪਰਾਂ। ਦੂਸਰਾ ਅਰਥ ਸਾਡੇ ਵਿਦਵਾਨਾਂ ਨੇ ਕੀਤਾ ਵੀ ਗਮ ਕਹਿੰਦੇ ਨੇ ਖੌਫ, ਜਿਵੇਂ ਖੌਫ ਨੂੰ, ਚਿੰਤਾ ਨੂੰ। ਉਸ ਪ੍ਰਮਾਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ। ਅਗਮ ਦਾ ਭਾਵ ਖੌਫ ਤੋਂ ਰਹਿਤ, ਮਨ ਦੀ ਪਹੁੰਚ ਤੋਂ ਰਹਿਤ। ਅਪਾਰ ਤੋਂ ਭਾਵ ਉਹਦਾ ਕੋਈ ਹੱਦ ਬੰਨਾ ਨਹੀਂ। ਜੀ ਜੰਤ ਪ੍ਰਤਪਾਲ ਦਾ ਪਾਈ। ਜਿੰਨੇ ਵੀ ਵੱਡੇ ਛੋਟੇ ਜੀ ਜੰਤ ਨੇ, ਸੂਖਮ ਤੇ ਸਥੂਲ। ਜੀ ਦਾ ਭਾਵ ਸੂਖਮ ਤੇ ਜੰਤ ਦਾ ਭਾਵ ਅਸਥੂਲ। ਜੀ ਜਿਹੜੇ ਦਿਸਦੇ ਨਹੀਂ, ਜੰਤ ਜੋ ਦਿਸਦੇ ਹਨ, ਭਾਵੇਂ ਸੂਖਮ ਨੇ ਭਾਵੇਂ ਸਥੂਲ ਨੇ, ਕੱਲੇ ਕੱਲੇ ਦੀ ਪਾਲਣਾ ਕਰਦਾ ਹੈ। ਨਿਤ ਨਿਤ ਕਰਦਾ ਸਾਰ। ਆਪਾਂ ਕਿਸੇ ਨੂੰ ਮਦਦ ਕਰੀ ਤੇ ਆਪਾਂ ਨੇ ਗੁਰਮੁਖਾ ਵੀ ਤੇਰਾ ਕੰਮ ਸਾਰਦਾ ਮਹੀਨਾ ਦਿਹਾੜੀ, ਹੁਣ ਕਿਰਪਾ ਕਰਕੇ ਮੇਰੇ ਪਿੱਛੇ ਨਾ ਪਿਆਰ ਤੇ ਮੇਰਾ ਖਾੜਾ ਛੱਡ। ਆਪਾਂ ਕਿਸੇ ਦੀ ਮਦਦ ਕਰੀਏ ਨਾ ਤੇ ਉਹ ਆਪਾਂ ਨੂੰ ਵਾਰ-ਵਾਰ ਮੁੜ ਕੇ ਕਵੇ ਤੇ ਆਪਾਂ ਕਹਿੰਦੇ ਵੀ ਭਰਾਵਾ ਹੁਣ ਮੇਰਾ ਖਾੜਾ ਛੱਡ, ਮੈਨੂੰ ਤੂੰ ਚੰਬੜੀ ਗਿਆ, ਮੈਂ ਸਾਰੀ ਜ਼ਿੰਦਗੀ ਦਾ ਤੇਰਾ ਠੇਕਾ ਨਹੀਂ ਚੁੱਕ ਸਕਦਾ। ਲੇਕਿਨ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾੜਾ ਪਰਮਾਤਮਾ ਨਾ ਉਹ ਦੇਂਦਾ ਥੱਕਦਾ ਨਹੀਂ। ਨਿਤ ਨਿਤ ਤੋਂ ਭਾਵ ਰੋਜ਼ਾਨਾ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਉਹ ਇਹ ਨਹੀਂ ਕਹਿੰਦਾ ਵੀ ਮੈਂ ਅੱਕ ਗਿਆ ਜਾਂ ਨਾ। ਭਾਈ ਮੇਰੇ ਪਾਤਸ਼ਾਹ ਕਹਿੰਦੇ ਭਾਈ ਰੋਜ਼ਾਨਾ ਹਰ ਇੱਕ ਦੀ ਕੱਲੇ ਦੀ ਸਾਰ ਸੰਭਾਲ ਕਰਦਾ ਹੈ। ਸਤਿਗੁਰ ਪੂਰਾ ਭੇਟੀਐ ਭਾਈ। ਇਸ ਕਰਕੇ ਜਿਹੜਾ ਸੱਚਾ ਗੁਰੂ ਹੈ ਨਾ, ਉਹਦੇ ਨਾਲ ਮਿਲਾਪ ਕਰਨਾ ਕਰ।
ਉਹਦੀ ਸੰਗਤ ਕਰ, ਉਹਦੇ ਨਾਲ ਜੁੜਨਾ ਕਰ। ਸ਼ਬਦ ਮਿਲਾਵਣ ਹਾਰ, ਔਰ ਜੋ ਗੁਰੂ ਦਾ ਉਪਦੇਸ਼ ਹੈ ਇਹ ਜੀਵ ਨੂੰ ਉਸ ਪਰਮਾਤਮਾ ਨਾਲ ਮਿਲਾ ਦੇਵੇਗਾ। ਸੱਚੇ ਚਰਨ ਸਰੇਵੀਐ ਭਾਈ, ਔਰ ਉਹ ਸੱਚੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਲੱਗਣਾ ਕਰ, ਅਥਵਾ ਜਿਹੜਾ ਸੱਚਾ ਗੁਰੂ ਉਹਦੇ ਚਰਨਾਂ ਨਾਲ ਜੁੜਨਾ ਕਰ। ਭ੍ਰਮ ਭਉ ਹੋਵੈ ਨਾਸ, ਕਈ ਤਰ੍ਹਾਂ ਦੇ ਬੰਦੇ ਨੂੰ ਭਰਮ ਪਏ ਨੇ। ਗ੍ਰੰਥਾਂ ਦੇ ਵਿੱਚ 5 ਤਰ੍ਹਾਂ ਦਾ ਭਰਮ ਲਿਖਿਆ ਹੈ, 7 ਤਰ੍ਹਾਂ ਦਾ ਭੈ ਲਿਖਿਆ ਹੈ। ਸੋ ਇਸ ਪ੍ਰਕਾਰ 7 ਤਰ੍ਹਾਂ ਦਾ ਭੈ, 5 ਤਰ੍ਹਾਂ ਦਾ ਭਰਮ, ਇਹ ਸਾਰੇ ਦਾ ਸਾਰਾ ਜਿਹੜਾ ਨਾ ਉਹ ਨਾਸ ਕਰ ਦੇਗਾ ਪਰਮਾਤਮਾ। ਭਰਮ ਦੀ ਵਿਆਖਿਆ ਗੁਰਬਾਣੀ 'ਚ ਬੜੀ ਸਾਦੀ ਤੇ ਸਪਸ਼ਟ ਹੈ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਗੁਰਬਾਣੀ 'ਚ ਭਰਮ ਦੀ ਵਿਆਖਿਆ, ਭਰਮ ਦਾ ਭਾਵ ਹੁੰਦਾ ਵੀ ਜੋ ਆਪਾਂ ਸਮਝਦੇ ਅਸਲ ਵਿੱਚ ਨਾ ਹੋਵੇ, ਉਹਦਾ ਨਾਮ ਹੈ ਭਰਮ। ਮੇਰੇ ਗੁਰਦੇਵ ਕਹਿੰਦੇ, ਗੁਰਮੁਖਾ ਸੱਚੇ ਪ੍ਰਮਾਤਮਾ ਦੇ ਨਾਮ ਨਾਲ ਲੱਗ, ਜਿਹੜੇ ਤੇਰੇ 'ਚ ਕਈ ਤਰ੍ਹਾਂ ਦੇ ਵਹਿਮ ਪਏ ਨੇ ਤੇ ਡਰ ਪਿਆ, ਨਾਸ ਹੋ ਜਾਏਗਾ। ਆ ਸ਼ਨੀਵਾਰ ਲੰਘਿਆ, ਵੇਖਿਆ ਕਿ ਨਹਿਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਨਾਰੀਅਲ ਸੁੱਟੇ ਸਨ ਵੀ ਗ੍ਰਹਿ ਟਲ ਜਾਏਗਾ। ਤੇ ਗੁਰਮੁਖੋ ਜੀ ਨਾਰੀਅਲ ਨਾਲ ਗ੍ਰਹਿ ਟਲ ਜੇ ਤੇ ਜਿਹੜਾ ਰੇਹੜੀ ਲਾਉਂਦਾ ਉਹ ਤਾਂ ਫਿਰ ਗ੍ਰਹਿ ਕੋਲ ਚੰਬੜੇ ਕੋਈ ਨਾ। ਫਿਰ ਪੜ੍ਹੇ ਲਿਖੇ ਲੋਕ 6 ਮਿਰਚਾਂ ਲੈ ਕਰਕੇ ਤੇ ਨਾਲ ਨਿੰਬੂ ਟੰਗਣਗੇ, ਕਹਿਣ ਗ੍ਰਹਿ ਟਲ ਜਾਏਗਾ। ਜਿਹੜਾ ਨਿੰਬੂਆਂ ਤੇ ਮਿਰਚਾਂ ਦੀ ਰੇਹੜੀ ਲਾਉਂਦਾ ਉਹ ਤਾਂ ਫਿਰ ਗੁਰਮੁਖੋ ਗ੍ਰਹਿਆਂ ਦਾ ਮਾਲਕ ਹੋ ਗਿਆ, ਵੀ ਹੁਣ ਤਾਂ ਗ੍ਰਹਿ ਚੰਬੜਨਾ ਹੀ ਕੋਈ ਨਹੀਂ। ਗੁਰੂ ਰਾਮਦਾਸ ਦੇ ਦਰ ਤੇ ਸੰਗਤ ਘੱਟ ਤੇ ਤਾਰਾਂ ਵਾਲੇ ਪੁਲ ਤੇ ਕਬਰ ਤੇ ਲੈਣਾ ਲੱਗੀਆਂ ਹੁੰਦੀਆਂ। ਯਾਦ ਰੱਖਿਆ, ਜੇ ਮੈਂ ਕਈ ਵਾਰਾਂ ਕਿਹਾ, ਜੇ ਗੁਰਮੁਖਾ ਗੁਰੂ ਰਾਮਦਾਸ ਪਾਤਸ਼ਾਹ ਕੋਲ ਨਹੀਂ ਸਰਿਆ ਤੇ ਕਬਰਾਂ ਦੇ ਖਲੋਤਿਆਂ ਬਾਤ ਨਹੀਂ ਬਣਨੀ। ਤੇ ਨਾਲ ਮੈਂ ਚੈਲੰਜ ਵੀ ਕਰਦਿਆਂ, ਜੇ ਤੁਸੀਂ ਕਹੋ ਵੀ ਗਿਆਨੀ ਜੀ ਪੀਰ ਬੜਾ ਕਰੜਾ, ਤੇ ਉਹਨੂੰ ਆਖਿਆ ਜੀ ਵੀ ਗਿਆਨੀ ਦੀ ਗੱਡੀ ਦਾ ਟਾਇਰ ਪੈਂਚਰ ਕਰਕੇ ਵਿਖਾ ਖਾ। ਮੈਂ ਉਹਨੂੰ ਚੈਲੰਜ ਵੀ ਕਰਦਾ ਜੇ ਉਹਨਾਂ ਨੂੰ, ਜਿਨ੍ਹਾਂ ਨੂੰ ਤੁਸੀਂ ਜਾ ਕੇ ਮੱਥਾ ਟੇਕਦੇ ਹੋ। ਰੱਬ ਦਾ ਵਾਸਤਾ ਜੇ ਅਸੀਂ ਉਸ ਸਥਾਨ ਤੇ ਸਾਡਾ ਨਿਵਾਸ ਹੈ ਜਿਹਦੇ ਬਾਰੇ ਗੁਰੂ ਦੇ ਬੋਲ ਨੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਅਸੀਂ ਉਸ ਥਾਂ ਤੇ ਆਏ ਹਾਂ ਜਿਹਦੇ ਬਾਰੇ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਆ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਜਿਹਦੇ ਬਾਰੇ ਪੜ੍ਹਦੇ ਹਾਂ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਹਰ ਕੰਮ ਕਰਾਵਣ ਆਇਆ ਰਾਮ। ਗੁਰਸਿੱਖਾ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਨਹੀਂ ਸਰਿਆ, ਇਹਨਾਂ ਮਿਰਚਾਂ ਨਿੰਬੂਆਂ ਤੇ ਨਾਰੀਅਲਾਂ ਨੇ ਤੇਰਾ ਕੱਖ ਨਹੀਂ ਸਵਾਰਨਾ। ਜਿਹੜੇ 5 ਦਾ ਨਾਰੀਅਲ ਲਿਆ, ਜੇ ਕਿਤੇ ਖੰਡ ਲਿਆਉਣ ਨੂੰ ਤੇ ਹੋ ਸਕਦਾ 3 ਦਿਨ ਤੇਰੀ ਚਾਹ ਬਣ ਜਾਂਦੀ। ਸਾਨੂੰ ਭਰਮ ਪਏ ਨੇ, ਭੁਲੇਖੇ ਪਏ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਲੜ ਲੱਗ, ਜਿਹੜੇ ਇਸ ਤਰ੍ਹਾਂ ਦੇ ਤੈਨੂੰ ਵਹਿਮ ਭੁਲੇਖੇ ਪਏ ਨੇ ਨਾ, ਇਹ ਗੁਰੂ ਨਾਸ ਕਰ ਦੇਗਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਜਿਨ੍ਹਾਂ ਦੀ ਸ਼ਾਂਤ ਆਤਮਾ ਜੋ ਸਤ ਨਾਲ ਜੁੜੇ ਹੋਏ ਮਹਾਂਪੁਰਸ਼ ਨੇ, ਉਹਨਾਂ ਦੀ ਸੰਗਤ ਕਰਕੇ ਤੇ ਮਨ ਨੂੰ ਮਾਂਜਿਆ ਕਰ। ਆਪਾਂ ਮਨ ਨੂੰ ਮਾਂਜਣ ਦਾ ਤਰੀਕਾ ਰੋਜ਼ਾਨਾ ਪੜ੍ਹਦੇ ਹਾਂ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪ ਹੈ ਨਾਵੇ ਕੇ ਰੰਗ। ਹਰਿ ਕੈ ਨਾਮ ਨਿਵਾਸ, ਔਰ ਉਹ ਪਰਿਪੂਰਨ ਪ੍ਰਮਾਤਮਾ ਦੇ ਨਾਮ 'ਚ ਆਪਣੀ ਸੁਰਤੀ ਨੂੰ ਟਿਕਾਉਣ ਦਾ ਯਤਨ ਕਰ। ਮਿਟੈ ਅੰਧੇਰਾ ਅਗਿਆਨਤਾ ਪਾਈ, ਇਸ ਕਰਕੇ ਜਿਹੜਾ ਤੇਰੇ ਅੰਦਰ ਹਨੇਰਾ ਤੇ ਹੈ ਨਾ, ਉਹਦਾ ਕਾਰਨ ਹੈ ਵੀ ਤੂੰ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ, ਤੂੰ ਆਗਿਆ 'ਚ ਨਹੀਂ ਆਇਆ। ਅਗਿਆਨ ਦਾ ਮੈਂ ਅਰਥ ਆਪਣੇ ਕੋਲ ਪਰਸਨਲੀ ਜੋ ਮੈਂ ਸਮਝਦਾ ਨਾ, ਅਗਿਆਨ ਦਾ ਮੁੱਖ ਅਰਥ ਹੈ ਬਸਮਝ ਪੁਣਾ। ਤੇ ਬਸਮਝ ਪੁਣਾ ਵੀ ਤਾਂ ਵੀ ਆਪਾਂ ਗੁਰੂ ਦੀ ਆਗਿਆ 'ਚ ਨਹੀਂ ਆਏ। ਜਦੋਂ ਗੁਰੂ ਦੀ ਆਗਿਆ 'ਚ ਆ ਗਏ ਨਾ, ਉਦੋਂ ਆਟੋਮੈਟਿਕਲੀ ਗਿਆਨ ਹੋ ਜਾਏਗਾ। ਜਿਹੜਾ ਅਗਿਆਨ ਦਾ ਹਨੇਰਾ ਹੈ ਨਾ, ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਮਿਟ ਜਾਏਗਾ। ਕਿਉਂ? ਗੁਰੂ ਹੈ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ
ਰਤਨ ਕੋਠੜੀ ਖੁੱਲੀ ਅਨੂਪਾ। ਕਮਲ ਹੋਵੇ ਪਰਗਾਸ, ਜਿਹੜਾ ਹਿਰਦਾ ਕਮਲ ਮੂਦਾ ਗੁਰਮੁਖਾ ਇਹ ਸ਼ਬਦ ਨਾਲ ਸਿੱਧਾ ਹੋ ਜਾਏਗਾ। ਗੁਰ ਬਚਨੀ ਸੁਖ ਊਪਜੈ ਪਾਈ, ਗੁਰੂ ਦੇ ਬਚਨਾਂ ਦੇ ਨਾਲ ਇਹ ਪਰਮ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਸਭ ਫਲ ਸਤਿਗੁਰ ਪਾਸ, ਸਾਰੇ ਫਲ ਧਰਮ ਅਰਥ ਕਾਮ ਤੇ ਮੋਖ ਸਾਰੇ ਗੁਰੂ ਦੇ ਕੋਲੋਂ ਪ੍ਰਾਪਤ ਹੋਣਗੇ। ਮੇਰਾ ਤੇਰਾ ਛੋਡੀਐ ਭਾਈ, ਭਾਈ ਕਿਹੜੇ ਚੱਕਰਾਂ 'ਚ ਪਿਆ? ਇਹ ਘਰ ਮੇਰਾ ਹੈ, ਆ ਤੇਰਾ ਹੈ। ਇਹ ਪੰਕਤੀਆਂ ਚੇ ਤੇਰਾ ਕਾਰਜ 3.5 ਹੱਥ ਘਣੀ ਤਾਂ ਪੌਣੇ 4। ਆਪਾਂ ਕਈ ਵਾਰਾਂ ਕਹਿੰਦੇ ਗਿਆਨੀ ਜੀ ਕਿਤੇ ਚਰਨ ਪਾਇਆ ਜੇ ਬਹਾਨਾ। ਚਰਨ ਕਾਹਦੇ? ਵੀ ਕੋਠੀ ਵਿਖਾਵਾਂਗੇ। 1000 ਗਜ ਕੋਠੀ ਹੈ, 1000 ਗਜ ਗੁਰਮੁਖਾ 1000 ਦੀ ਗਜ ਤੂੰ ਕਿੱਲਾ ਕਹਿ ਵੀ ਕਿੱਲੇ 'ਚ ਕੋਠੀ। ਪਰ ਯਾਦ ਰੱਖੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਾਰਜ 3.5 ਹੱਥ ਘਣੀ ਤਾਂ ਪੌਣੇ 4। ਜਦੋਂ ਸੰਸਕਾਰ ਹੋਵੇਗਾ ਨਾ 3.5 ਜਾਂ ਪੌਣੇ 4 ਹੱਥ ਤੋਂ ਸਾਨੂੰ ਵੱਧ ਜਗ੍ਹਾ ਨਹੀਂ ਮਿਲਣੀ। ਔਰ ਉਹ ਵੀ ਪੱਕੇ ਤੌਰ ਤੇ ਨਹੀਂ, ਉਹ ਵੀ 4 ਦਿਨਾਂ ਤੋਂ ਬਾਅਦ ਮੁੜ ਕੇ ਉਹਨਾਂ ਨੇ ਬੋਰੀ 'ਚ ਪਾ ਕੇ ਨਾ ਫੁੱਲ ਤੇ ਥਾਂ ਵਿਹਲਾ ਕਰਕੇ ਦੂਜਿਆਂ ਨੂੰ ਕਹਿਣਾ ਸਾਡਾ ਬਾਪੂ ਸੰਭਾਲ ਲਿਆ, ਹੁਣ ਤੁਸੀਂ ਆਪਣਾ ਪਾ ਦਿਓ ਇੱਥੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਇਹ ਮੇਰਾ ਹੈ, ਇਹ ਤੇਰਾ ਹੈ, ਇਹ ਛੱਡਣਾ ਕਰ। ਹੋਈ ਐ ਸਭ ਕੀ ਧੂਰ, ਸਾਰਿਆਂ ਦੀ ਚਰਨਾਂ ਦੀ ਧੂੜ ਬਣਨ ਦਾ ਯਤਨ ਕਰ। ਘਟ ਘਟ ਬ੍ਰਹਮ ਪਸਾਰਿਆ ਭਾਈ, ਉਹ ਭਰੀ ਪੂਰਨ ਪ੍ਰਮਾਤਮਾ ਹਰ ਹਿਰਦੇ ਵਿੱਚ ਹਰ ਥਾਂ ਤੇ ਵਿਆਪਕ ਹੈ। ਦੇਖੈ ਸੁਣੈ ਹਜੂਰ, ਇਹ ਨਾ ਆਖੀ ਵੀ ਰੱਬ ਕਿਸੇ ਹੋਰ ਦੂਰ ਥਾਂ ਤੇ ਬੈਠਾ। ਕਹਿੰਦੇ ਵੇਖਦਾ ਈ ਸੁਣਦਾ ਈ ਹਾਜ਼ਰ ਨਾਜ਼ਰ ਹੈ, ਤੇਰੇ ਕੋਲ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ, ਤੇ ਇਹ ਸਮਝ ਲਾ ਵੀ ਜਿਹੜੇ ਦਿਨ ਤੈਨੂੰ ਪ੍ਰਮਾਤਮਾ ਭੁੱਲ ਗਿਆ ਤਿਤ ਦਿਨ ਮਰੀਐ ਚੂਰ। ਜਿਵੇਂ ਆਪਾਂ ਕਹਿੰਦੇ ਵੀ ਅੱਜ ਦਾ ਦਿਨ ਚੰਗਾ, ਅੱਜ ਦਾ ਦਿਨ ਮਾੜਾ ਹੈ। ਗੁਰਦੇਵ ਕਹਿੰਦੇ ਗੁਰਮੁਖਾ ਜਿਹੜੇ ਦਿਨ ਵਾਹਿਗੁਰੂ ਭੁੱਲ ਜਾਏ ਨਾ ਉਹ ਸਾਰਿਆਂ ਤੋਂ ਤੇਰੀ ਜ਼ਿੰਦਗੀ 'ਚ ਮਾੜਾ ਦੇਣਾ ਹੈ। ਤੈਨੂੰ ਝੂਰ ਝੂਰ ਕੇ ਮਰਨਾ ਪਏਗਾ। ਕਰਨ ਕਰਾਵਨ ਸਮਰਥੋ ਪਾਈ, ਉਹ ਬਹਾਨੇ ਬਣਾਉਣ ਵਾਲਾ ਵੀ ਆਪ ਹੈ, ਸਰਬ ਸ਼ਕਤੀਮਾਨ ਹੈ, ਸਰਬ ਕਲਾ ਭਰਪੂਰ। ਕਿਉਂਕਿ ਪ੍ਰਾਤਨ ਗ੍ਰੰਥਾਂ ਵਿੱਚ ਉਹਦੀਆਂ 16 ਕਲਾ ਲਿਖੀਆਂ ਹਨ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿੰਨੀਆਂ ਵੀ ਕਲਾ ਸ਼ਕਤੀਆਂ ਨੇ ਨਾ ਉਹ ਸਾਰੀਆਂ ਸ਼ਕਤੀਆਂ ਲਬਾਲਬ ਉਹਦੇ 'ਚ ਭਰੀਆਂ ਹੋਈਆਂ ਹਨ। ਪ੍ਰੇਮ ਪਦਾਰਥ ਨਾਮ ਹੈ ਭਾਈ, ਅੱਗੇ ਪੜ੍ਹ। ਮਾਇਆ ਮੋਹ ਬਿਨਾਸ਼, ਜਦੋਂ ਮੈਂ ਤੋਂ ਪਰਾਂ ਹੋ ਕਰਕੇ ਤੂੰ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਏਗਾ ਨਾ ਪਤਾ ਕਿਵੇਂ ਲੱਗੇਗਾ ਕਿ ਸਾਡੇ ਅੰਦਰ ਨਾਮ ਵਸ ਗਿਆ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਤੋਂ ਪਰਾਂ ਹੋ ਕੇ ਜਦੋਂ ਪਰਮਾਤਮਾ ਦੇ ਨਾਮ ਪਦਾਰਥ ਨੂੰ ਆਪਣੇ ਹਿਰਦੇ ਦੇ ਅੰਦਰ ਤੇਰੇ ਟਿਕ ਜਾਏਗਾ ਨਾ ਜਿਹੜਾ ਮਾਇਆ ਦਾ ਮੋਹ ਹੈ ਨਾ ਪਕੜਾ ਇਹ ਵਿਸ਼ੇਸ਼ ਕਰਕੇ ਨਾਸ ਹੋ ਜਾਵੇਗੀ। ਇਸ ਭਾਵੈ ਤਾਂ ਮੇਲ ਲਏ ਭਾਈ, ਪਰ ਗੱਲ ਤਾਂ ਬਣੇਗੀ ਜੇ ਵਾਹਿਗੁਰੂ ਨੂੰ ਭਾ ਜਾਈਏ ਤਾਂ, ਜੇ ਉਹਨੂੰ ਚੰਗੇ ਲੱਗੀਏ ਤਾਂ ਮਿਲਾਵੇਗਾ। ਹਿਰਦੈ ਨਾਮ ਨਿਵਾਸ, ਤੇ ਪਾਉਣਗੇ ਉਹ ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਦਾ ਵਿਸ਼ਵਾਸ ਹੈ, ਜਿਨ੍ਹਾਂ ਅੰਦਰ ਪ੍ਰਮਾਤਮਾ ਦਾ ਨਾਮ ਟਿਕ ਗਿਆ, ਜਿਹੜੇ ਅੱਠੇ ਪੈਰ ਉਹਨੂੰ ਚੇਤੇ ਕਰਦੇ ਹਨ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਜਿਵੇਂ ਕਮਲ ਦਾ ਫੁੱਲ ਸੂਰਜ ਦੇ ਸਾਹਮਣੇ ਹੁੰਦਾ ਤੇ ਖਿੜ ਜਾਂਦਾ ਹੈ, ਇਸੇ ਪ੍ਰਕਾਰ ਜਦੋਂ ਤੇਰਾ ਅੰਤਿਸ਼ਕਰਨ ਗੁਰੂ ਦੇ ਸਨਮੁਖ ਹੋ ਗਿਆ ਤੇ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ, ਚੰਨ ਹੋ ਜਾਏਗਾ, ਸੋਝੀ ਹੋ ਜਾਵੇਗੀ। ਹਿਰਦੈ ਹੋਵੇ ਪਰਗਾਸ, ਹਿਰਦੇ ਦੇ ਅੰਦਰ ਚੰਨ ਹੋ ਜਾਵੇਗਾ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਗੁਰਮੁਖਾ ਪਰਿਪੂਰਨ ਪ੍ਰਮਾਤਮਾ ਦਾ ਪ੍ਰਤਾਪ ਹਰ ਥਾਂ ਤੇ ਪ੍ਰਗਟ ਹੈ। ਵੇਖੋ ਵੰਨ ਸਵੰਨੇ ਫੁੱਲ, ਵੰਨ ਸਵੰਨੀਆਂ ਫਸਲਾਂ, ਪਤਾ ਨਹੀਂ ਕਿੰਨਾ ਕੁਛ ਹੈ। ਇਹ ਸਾਰਾ ਉਸ ਪ੍ਰਮਾਤਮਾ ਦਾ ਪ੍ਰਤਾਪ ਹੈ ਨਾ, ਇਹ ਪ੍ਰਗਟ ਹੈ, ਸਾਖਸ਼ਾਤ ਹੈ, ਨੰਗਾ ਹੈ। ਮੌਲਿਆ ਧਰਤੀ ਆਕਾਸ਼, ਅੱਗੇ ਹਜ਼ੂਰ ਨੇ ਨਿਰਣਾ ਕਰਤਾ ਭਾਈ ਇਹ ਧਰਤੀ ਤੇ ਕਾ ਜਿਹੜੇ ਖੜੋਤੇ ਨੇ ਨਾ ਇਹ ਸਾਰੇ ਉਸ ਵਾਹਿਗੁਰੂ ਦੀ ਚੇਤਨ ਕਲਾ ਕਰਕੇ ਹਨ। ਗੁਰਪੁਰੈ ਸੰਤੋਖਿਆ ਭਾਈ, ਜਿਨ੍ਹਾਂ ਤੇ ਗੁਰੂ ਦੀ ਹੋ ਗਈ ਰਹਿਮਤ ਉਹਨਾਂ ਗੁਰਮੁਖਾਂ ਨੂੰ ਸੰਤੋਖ ਆ ਗਿਆ। ਐਹਨਿਸ ਲਾਗਾ ਪਾਓ, ਔਰ ਦਿਨੇ ਰਾਤ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਪਿਆਰ ਕਰਦੇ ਨੇ। ਉਹਨਾਂ ਅੰਦਰ ਭਾਵਨਾ ਤੇ ਸ਼ਰਧਾ, ਐਨਸ ਤੋਂ ਭਾਵ ਐ ਦਿਨ ਨਿਸ ਰਾਤ। ਰਸਨਾ ਰਾਮ ਰਵੈ ਸਦਾ ਭਾਈ, ਸਦੀਵੀ ਤੌਰ ਤੇ ਗੁਰਮੁਖਾ ਆਪਣੀ ਰਸਨਾ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰੀ ਚੱਲ। ਗੁਰਦੇਵ ਨੇ ਬੜਾ ਤਾੜਨਾ ਕੀਤੀ ਸਾਨੂੰ ਸਖਤ
ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ। ਜਿਹੜੀ ਜ਼ਬਾਨ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਭੋਰਾ ਭੋਰਾ ਕਰਕੇ ਕੱਟ ਦੇਣੀ ਚਾਹੀਦੀ ਹੈ। ਇੰਨੀ ਕਰੜੀ ਗੱਲ ਪਾਤਸ਼ਾਹ ਤੁਸੀਂ ਕਿਉਂ ਕਹੀ ਹੈ? ਹਜ਼ੂਰ ਕਹਿੰਦੇ ਤਾਂ ਕਹੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਰੋਜ਼ਾਨਾ ਸਮਝਾਉਂਦੇ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ ਜਚਰ ਹਰ ਰਸ ਪਲੇ ਨਾ ਪਾਏ। ਜਿੰਨਾ ਚਿਰ ਹਰੀ ਨਾਮ ਦਾ ਰਸ ਨਾ ਲਿਆ ਤੈਨੂੰ ਸੰਤੋਖ ਨਹੀਂ ਆਉਣਾ, ਤੂੰ ਰੱਜਣਾ ਨਹੀਂ। ਇਸ ਕਰਕੇ ਰਸਾਂ ਤੋਂ ਪਰਾਂ ਹੋ ਕਰਕੇ ਰਾਮ ਦੇ ਨਾਮ ਨੂੰ ਉਚਾਰਨਾ ਕਰੇ। ਸਾਚਾ ਸਾਧ ਸੁਆਓ। ਦਰ ਅਸਲ ਗੁਰਮੁਖੋ ਸਵਾਉ ਦਾ ਭਾਵਨ ਦਾ ਪ੍ਰਯੋਜਨ, ਜਿਹਨੂੰ ਆਪਾਂ ਮਕਸਦ ਵੀ ਕਹਿੰਦੇ ਨੇ, ਵੀ ਆਪਣਾ ਕੋਈ ਜ਼ਿੰਦਗੀ ਦਾ ਮਕਸਦ ਹੈ, ਨਿਸ਼ਾਨਾ ਹੈ। ਕਹਿੰਦੇ ਦਰ ਅਸਲ ਪਰਿਪੂਰਨ ਪ੍ਰਮਾਤਮਾ ਨੂੰ ਮਿਲਣਾ ਹੀ ਇਹ ਜ਼ਿੰਦਗੀ ਦਾ ਮਕਸਦ ਹੈ, ਨਿਸ਼ਾਨਾ, ਟਾਰਗੇਟ ਹੈ। ਕਰਨੀ ਸੁਨ ਸੁਨ ਜੀਵਿਆ ਭਾਈ। ਜਿਹੜੇ ਗੁਰਮੁਖ ਪਿਆਰੇ ਨੇ ਜਿੰਨਾ ਚਿਰ ਜਿਉਂਦੇ ਨੇ ਅੱਠੇ ਪੈਰ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਕੰਨਾਂ ਨਾਲ ਸੁਣਨ ਦਾ ਯਤਨ ਕਰਦੇ ਹਨ। ਇਹ ਸਰਵਣ ਹੋ ਮੇਰ ਹੋ, ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਨਿਹਚਲ ਪਾਇਆ ਥਾਓ। ਜਿਨ੍ਹਾਂ ਗੁਰਮੁਖਾਂ ਨੇ ਇਹਦੇ ਚ ਜਿਹੜੀਆਂ ਆਪਾਂ ਦੋ ਪੰਕਤੀਆਂ ਵਿਚਾਰੀਆਂ ਨੇ, ਇਹਦਾ ਜੋ ਵਿਸ਼ੇਸ਼ ਇਹਦੇ ਚ ਭਾਵ ਇਹ ਹੈ, ਆਮ ਕਰਕੇ ਭੈਣਾਂ ਭਰਾ ਵੱਡੇ ਛੋਟੇ ਮਿਲਦੇ ਰਹਿੰਦੇ ਨੇ ਗਿਆਨੀ ਜੀ, ਮਨ ਨਹੀਂ ਲੱਗਦਾ, ਬਾਣੀ ਪੜੀ ਸਵਾਦ ਨਹੀਂ ਆਉਂਦਾ। ਗੁਰਮੁਖੋ ਇਹਦਾ ਇੱਕੋ ਇੱਕ ਤਰੀਕਾ ਹੈ, ਆਪਾਂ ਦੂਜਿਆਂ ਨੂੰ ਬਾਣੀ ਸੁਣਾਉਂਦੇ ਆ, ਪਰ ਅਸਲੀ ਗੁਰਮਤ ਇਹ ਹੈ ਵੀ ਆਪਾਂ ਜੋ ਬੋਲਦੇ ਉਹਨੂੰ ਆਪ ਸੁਣੀਏ ਤੇ ਸੁਣਾਂਗੇ ਤਾਂ ਜੇ ਮਨ ਹੋਵੇਗਾ, ਤੇ ਮਨ ਪ੍ਰਦੇਸ਼ ਵਿੱਚ ਗਿਆ ਸੁਣੇਗਾ ਕਿਵੇਂ? ਇਸ ਕਰਕੇ ਜੋ ਗੁਰਮਤ ਦਾ ਅਹਿਮ ਨੁਕਤਾ ਜੋ ਗੁਰੂ ਪਾਤਸ਼ਾਹ ਨੇ ਸਮਝਾਇਆ, ਉਹਦੇ ਮੁਤਾਬਕ ਮੈਂ ਬੇਨਤੀ ਕਰ ਲੱਗਾ, ਦਾਵਾ ਨਹੀਂ, ਬਾਣੀ ਪੜ੍ਹਿਆ ਕਰੋ ਤੇ ਬਾਣੀ ਨੂੰ ਆਪ ਸੁਣਿਆ ਕਰੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਕਰਨੀ ਸੁਣ ਸੁਣ ਜੀਵਿਆ ਭਾਈ। ਉਹ ਗੁਰਮੁਖ ਪਿਆਰੇ ਜਿਹੜੇ ਕੰਨਾਂ ਦੇ ਨਾਲ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਹਨ, ਨਿਹਚਲ ਪਾਇਆ ਥਾਓ। ਉਹਨਾਂ ਨੂੰ ਭਾਈ ਅਚਲ ਪਦਵੀ ਪ੍ਰਾਪਤ ਹੋ ਗਈ, ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਗਏ। ਜਿਸ ਪ੍ਰਤੀਤ ਨ ਆਵਈ ਭਾਈ। ਇਹ ਭਾਈ ਜਿਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਆਇਆ, ਸੋ ਜੀੜਾ ਜਲ ਜਾਓ। ਉਹ ਤਾਂ ਭਾਈ ਆਗ ਵਿੱਚ ਪੈ ਕੇ ਸੜ ਜਾਣਾ ਚਾਹੀਦਾ ਹੈ। ਬਹੁ ਗੁਣ ਮੇਰੇ ਸਾਹਿਬੈ ਭਾਈ। ਉਸ ਪ੍ਰਮਾਤਮਾ ਦੇ ਗੁਣ ਆਪਾਂ ਗਿਣ ਨਹੀਂ ਸਕਦੇ, ਬੇਅੰਤ ਗੁਣ ਹਨ। ਹਉ ਤਿਸ ਕੈ ਬਲ ਜਾਓ। ਸਾਡੇ ਕੋਲ ਇੱਕੋ ਇੱਕ ਤਰੀਕਾ ਪਿਆ, ਆਪਾਂ ਸਦਕੇ ਜਾਈਏ, ਕੁਰਬਾਨ ਜਾਈਏ ਜੀ। ਉਹ ਨਿਰਗੁਣਿਆਰੇ ਪਾਲ ਦਾ ਭਾਈ। ਦੇਖੋ ਆਪਾਂ ਕਹਿੰਦੇ ਫਲਾਣੇ ਚ ਆ ਆਏ ਵੇ ਮੇਰੇ ਮੱਥੇ ਨੂੰ ਲੱਗੇ, ਲੇਕਿਨ ਪਾਤਸ਼ਾਹ ਕਹਿੰਦੇ ਵੇਖੋ ਵਾਹਿਗੁਰੂ ਜਿਨ੍ਹਾਂ ਦੇ ਪੱਲੇ ਕੋਈ ਗੁਣ ਵੀ ਨਹੀਂ ਨਾ, ਉਹਨਾਂ ਦੀ ਪਾਲਣਾ ਵੀ ਉਹ ਕਰਦਾ ਹੈ। ਦੇ ਨਿਥਾਵੇ ਥਾਓ। ਜਿਨ੍ਹਾਂ ਦੀ ਕੋਈ ਜਗ੍ਹਾ ਨਹੀਂ, ਉਹਨਾਂ ਨੂੰ ਥਾਂ ਦਿੰਦਾ ਹੈ। ਰਿਜਕ ਸੰਭਾਹੇ ਸਾਸ ਸਾਸ ਭਾਈ। ਸਾਡੇ ਕੱਲੇ ਕੱਲੇ ਸਵਾਸ ਦਾ ਫਿਕਰ ਕਰਦਾ ਗੁਰਮੁਖੋ, ਆਪਾਂ ਸੁੱਤੇ ਹੁੰਨੇ ਆ ਤੇ ਸਾਡਾ ਸਵਾਸ ਬਾਹਰ ਨਿਕਲਣਾ, ਦੁਬਾਰਾ ਸਾਡੇ ਅੰਦਰ ਕੌਣ ਲਿਆਉਂਦਾ? ਇਹ ਉਹ ਪਰਮਾਤਮਾ ਲਿਆਉਂਦਾ ਜੇ। ਕਹਿੰਦੇ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਰਿਜਕ ਦਿੰਦਾ ਹੈ, ਸਵਾਸ ਸਵਾਸ ਤੇਰੀ ਸਾਂਭ ਸੰਭਾਲ ਕਰਦਾ ਹੈ। ਗੂੜਾ ਜਾਂ ਕਾ ਨਾਉ। ਉਹਦਾ ਨਾਮ ਬਹੁਤ ਗੂੜਾ, ਕੋ ਭੇਦ ਨਹੀਂ ਪਾ ਸਕਦਾ। ਜਿਸ ਗੁਰ ਸਾਚਾ ਭੇਟੀਐ ਭਾਈ। ਜਿਹੜੇ ਸੱਚੇ ਗੁਰੂ ਨੂੰ ਮਿਲ ਪੈ, ਪੂਰਾ ਤਿਸ ਕਰ ਮਾਵਾਓ। ਸਮਝ ਲਓ ਵੀ ਉਹਦੇ ਚੰਗੇ ਭਾਗ ਨੇ, ਵੱਡੇ ਭਾਗਾਂ ਵਾਲੇ ਗੁਰੂ ਨੂੰ ਮਿਲਦੇ ਹਨ। ਤਿਸ ਬਿਨ ਘੜੀ ਨਾ ਜੀਵੀਐ ਭਾਈ। ਪਿਆਰਿਆ ਜਿੰਨਾ ਚਿਰ ਜਿਉਣਾ ਉਸ ਪ੍ਰਮਾਤਮਾ ਤੋਂ ਬਿਨਾ ਇਹ ਘੜੀ ਵੀ ਪਾਸੇ ਨਾ, ਜਿਵੇਂ ਆਪਾਂ ਪੜ੍ਹਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸਰਬ ਕਲਾ ਭਰਪੂਰ। ਸਾਰੀਆਂ ਸ਼ਕਤੀਆਂ ਲਬਾਲਬ ਭਰਿਆ ਹੋਇਆ ਹੈ। ਸਾਸ ਗਿਰਾਸ ਨ ਵਿਸਰੈ ਭਾਈ। ਸਵਾਸ ਲੈਂਦਿਆਂ ਮੂੰਹ 'ਚ ਬੁਰਕੀ ਪਾਉਂਦਿਆਂ ਉਹਨੂੰ ਭੁੱਲਣੀ ਨਾ, ਕਿਉਂਕਿ ਰੋਟੀ ਖਾਣ ਲੱਗਾ ਪਤਾ ਨਹੀਂ ਅੰਦਰ ਜਾਵੇ ਕਿ ਨਾ ਜਾਵੇ। ਕਈ ਵਾਰ ਰੋਟੀ ਖਾਂਦਿਆਂ ਖਾਂਦਿਆਂ ਬਹੁਤ ਹੋ ਜਾਂਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਵਾਸ ਲੈਂਦਿਆਂ, ਸਵਾਸ ਅੰਦਰ ਲੰਘਾਉਂਦਿਆਂ
ਮੂੰਹ 'ਚ ਬੁਰਕੀ ਪਾਉਂਦਿਆਂ ਉਹਨੂੰ ਭੁਲਾਵੀਂ ਨਾ। ਵੇਖੋ ਸਦਾ ਹਜੂਰ, ਇਹ ਸਮਝਦਾ ਵੀ ਉਹ ਸਾਹਮਣੇ ਹਾਜ਼ਰ ਨਾਜ਼ਰ ਹੈ। ਸਾਧੂ ਸੰਗ ਮਿਲਾਇਆ ਭਾਈ, ਜਿਹੜੇ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਗੁਰਮੁਖਾਂ ਸਾਧੂਆਂ ਦੀ ਸੰਗਤ ਬਖਸ਼ੇ। ਸਰਬ ਰਹਿਆ ਭਰਪੂਰ, ਬਾਕੀ ਆਪਾਂ ਕੀ ਵੀ ਐਸ ਥਾਂ ਤੇ ਪ੍ਰਮਾਤਮਾ ਹੈ ਤੇ ਐਸ ਥਾਂ ਤੇ ਨਹੀਂ। ਹਜ਼ੂਰ ਕਹਿੰਦੇ ਸਾਰਿਆਂ ਥਾਵਾਂ ਤੇ ਲਬਾਲਬ ਭਰਿਆ ਹੋਇਆ ਹੈ। ਜਿਨ੍ਹਾਂ ਪ੍ਰੀਤ ਨ ਲੱਗੀਆ ਹਾਂ, ਭਾਈ, ਜਿਹੜੇ ਦੁਨੀਆ ਦੀਆਂ ਰੀਤਾਂ 'ਚ ਫਸੇ ਹੋਏ ਨੇ, ਜਿਹੜੇ ਰੀਤਾਂ ਤੋਂ ਪਰਾਂ ਨਹੀਂ ਹੋਏ, ਸੇ ਨਿਤ ਨਿਤ ਮਰਦੇ ਝੂਰ, ਉਹ ਜ਼ਿੰਦਗੀ ਪਰਜੰਤ ਝੂਰ ਝੂਰ ਕੇ ਕਲਪ ਕਲਪ ਕੇ ਮਰਦੇ ਹਨ। ਅੰਚਲ ਲਾਏ ਤਰਾਇਆ ਭਾਈ, ਜਿਨ੍ਹਾਂ ਦੀ ਕੀਤੀ ਕਿਰਪਾ ਉਹਨਾਂ ਨੂੰ ਆਪਣੇ ਪੱਲੇ ਨਾਲ ਲਾ ਲਿਆ। ਅੰਚਲ ਕਹਿੰਦੇ ਨੇ ਪੱਲੇ ਨੂੰ। ਭਉ ਜਲ ਦੁਖ ਸੰਸਾਰ, ਇਹ ਭੈ ਵਾਲਾ ਸੰਸਾਰ ਸਾਗਰ ਹੈ ਨਾ। ਸਤਿਗੁਰੂ ਪਾਤਸ਼ਾਹ ਨੇ ਗੁਰਮੰਤਰ ਰੂਪੀ ਪੱਲਾ ਪਕੜਾ ਕਰਕੇ ਗੁਰਮੁਖਾਂ ਨੂੰ ਬੰਨੇ ਲਾ ਦਿੱਤਾ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਜਿਨ੍ਹਾਂ ਦੇ ਭਾਈ ਕਿਰਪਾ ਕੀਤੀ, ਨਿਗਾਹ ਕੀਤੀ, ਉਹਨਾਂ ਦੇ ਦੁੱਖ ਕੱਟੇ ਗਏ। ਨਿਹਾਲਿਆ ਤੋਂ ਭਾਵ ਨਾ ਦੁੱਖਾਂ ਤੋਂ ਰਹਿਤ ਹੋਣਾ। ਕੀ ਤੋਨ ਅੰਗ ਅਪਾਰ, ਗੁਰਮੁਖਾ ਤੂੰ ਉਹਦਾ ਬਣ ਜਾ, ਉਹ ਤੇਰਾ ਪੱਗ ਕਰੇਗਾ। ਜਿਵੇਂ ਆਪਾਂ ਪੜ੍ਹਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ। ਮਨ ਤਨ ਸੀਤਲ ਹੋਇਆ ਭਾਈ, ਉਹਨਾਂ ਦਾ ਮਨ ਤੇ ਤਨ ਠੰਡਾ ਹੋ ਗਿਆ ਹੈ। ਕਿਹਨਾਂ ਦਾ? ਭੋਜਨ ਨਾਮ ਆਧਾਰ, ਜਿਨ੍ਹਾਂ ਦਾ ਭਾਈ ਪ੍ਰਮਾਤਮਾ ਦਾ ਨਾਮ ਲਿਆ, ਇਹੋ ਖੁਰਾਕ ਬਣਾ ਲਈਏ। ਜਿਹੜੇ ਪ੍ਰਮਾਤਮਾ ਦੇ ਨਾਮ ਦੀ ਖੁਰਾਕ ਖਾਂਦੇ, ਨਾਮ ਦਾ ਭੋਜਨ ਕਰਦੇ ਨੇ, ਉਹਨਾਂ ਦਾ ਮਨ ਵੀ ਸ਼ਾਂਤ, ਉਹਨਾਂ ਦਾ ਤਨ ਵੀ ਸ਼ਾਂਤ। ਨਾਨਕ ਤਿਸ ਸਰਨਾਗਤੀ ਭਾਈ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰੀਏ। ਜੇ ਕਿਲ ਵਿਖ ਕਾਟਨ ਹਾਰ, ਜਿਹੜਾ ਤਮਾਮ ਪਾਪਾਂ ਦੇ ਕੱਟਣ ਵਿੱਚ ਸਮਰੱਥ ਹੈ, ਉਸ ਵਾਹਿਗੁਰੂ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰਨਾ ਕਰ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੇ ਭਗਵਾਨ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤ ਕਰਨ ਕਿ ਸਾਡਾ ਅਕੀਦਾ ਕੇਵਲ ਤੇ ਕੇਵਲ ਇੱਕ ਤੇ ਹੋਵੇ। ਇਹ ਸਤਿਗੁਰੂ ਦੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਮਨ ਤਨ ਸੀਤਲ ਹੋਇਆ, ਨਾਨਕ ਤਿਸ ਸਰਨਾਗਤੀ ਪਾਈ। ਜੇ ਕਿਲ ਬਿਖ ਕਾਟਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ